ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਫਰਾਈਡੇ ਦੀ ਸ਼ਾਮ ਹੈ ਜੀ, ਤੇ ਫਰਾਈਡੇ ਦੀ ਸ਼ਾਮ ਅਸੀਂ ਜਾਇਆ ਕਰਦੇ ਹਾਂ ਰਜਾਇਨਾ, ਜਿੱਥੇ ਮੇਰਾ ਸਾਥ ਦਿਆ ਕਰਦੇ ਨੇ ਰਾਮ ਸਿੰਘ ਚਹਿਲਾ ਜੀ, ਜਿਹੜੇ ਕਿ ਗੁਰਗਿਆਨ TV ਚਲਾਉਂਦੇ ਨੇ। ਉਸ ਤੋਂ ਇਲਾਵਾ ਇਹ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਬਹੁਤ ਸਾਰੇ ਯਤਨ ਕਰ ਰਹੇ ਨੇ। ਸਾਨੂੰ ਬੜਾ ਮਾਣ ਹੈ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਤੁਹਾਡੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਲੈ ਕੇ ਹਰ ਹਫ਼ਤੇ ਹਾਜ਼ਰ ਹੋਇਆ ਕਰਦੇ ਹਾਂ। ਪਿਛਲੇ ਹਫ਼ਤੇ ਅਸੀਂ ਗੱਲਬਾਤ ਕਰ ਰਹੇ ਸੀ ਚੌਥੇ ਸ਼ਬਦ ਜੋ ਸ਼੍ਰੀ ਰਾਗ ਦੇ ਵਿੱਚ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ ਕਿ ਜਿਹੜੀ ਹਿਊਮਨ ਨੇਚਰ ਵਿੱਚ ਜਿਹੜੀਆਂ ਡੈਫੀਸ਼ੀਐਂਸੀਜ਼ ਨੇ, ਕਿਸ ਤਰੀਕੇ ਨਾਲ ਇਹ ਸਾਡੇ 'ਤੇ ਭਾਰੂ ਹੋ ਜਾਂਦੀਆਂ ਨੇ। ਅੱਜ ਆਓ ਇਸੇ ਸਫ਼ਰ ਵਿੱਚ ਮੁੜ ਤੋਂ ਜੁੜਦੇ ਹਾਂ ਅਤੇ ਅੱਗੇ ਚੱਲਦੇ ਹਾਂ ਕਿ ਮੁੱਖ ਤੌਰ ਦੇ ਉੱਤੇ ਕੀ ਰੂਟ ਕਾਜ਼ ਹੈਗਾ ਇਹਨਾਂ ਬਿਮਾਰੀਆਂ ਦਾ, ਅਤੇ ਕਿਸ ਤਰੀਕੇ ਨਾਲ ਅਸੀਂ ਇਸ ਦਾ ਹੱਲ ਲੱਭਣਾ ਹੈ ਗੁਰੂ ਸਾਹਿਬ ਦੀ ਸੋਚ ਨੂੰ ਪੜ੍ਹ ਕੇ। ਆਓ ਚੱਲਦੇ ਹਾਂ ਰਜਾਇਨਾ ਅਤੇ ਭਾਈ ਸਾਹਿਬ ਦਾ ਸਵਾਗਤ ਕਰਦੇ ਹਾਂ ਅਤੇ ਇੱਥੋਂ ਹੀ ਗੱਲਬਾਤ ਦਾ ਸਿਲਸਿਲਾ ਤੋਰਦੇ ਹਾਂ ਜੀ। ਜੀ ਆਇਆਂ ਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੀਰ। ਪਿਛਲੇ ਹਫ਼ਤੇ ਜੋ ਅਸੀਂ ਗੱਲ ਕਰ ਰਹੇ ਸੀ, ਬੜੀ ਇੰਪੋਰਟੈਂਟ ਗੱਲ ਅਸੀਂ ਕੀਤੀ ਸੀ ਕਿ ਹਿਊਮਨ ਨੇਚਰ ਦੀਆਂ ਡੈਫੀਸ਼ੀਐਂਸੀਜ਼ ਜਿਹੜੀਆਂ ਹੈਗੀਆਂ ਨੇ, ਉਹਨੂੰ ਖਤਮ ਕਰਨ ਦੀ ਕਿਉਂ ਲੋੜ ਹੈਗੀ ਹੈ ਅਤੇ ਕਿਸ ਤਰੀਕੇ ਨਾਲ ਇਹ ਸਾਡੇ 'ਤੇ ਭਾਰੂ ਹੋ ਜਾਂਦੀਆਂ ਨੇ। ਸੋ ਉੱਥੋਂ ਹੀ ਕੰਟੀਨਿਊ ਕਰਦੇ ਹਾਂ ਭਾਈ ਸਾਹਿਬ, ਅਤੇ ਸਾਨੂੰ ਦੱਸੋ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਜਿਸ ਤਰ੍ਹਾਂ ਲੱਭ ਦੀ ਤੁਸੀਂ ਗੱਲ ਕੀਤੀ ਸੀ, ਤੁਸੀਂ ਐਗਜ਼ਾਮਪਲਸ ਦਿੱਤੇ ਸੀ ਗੁਰੂ ਸਾਹਿਬ ਕੁੱਤੇ ਦੀ, ਜਿੱਥੇ ਅਸੀਂ ਗੱਲ ਕਰਦੇ ਹਾਂ ਕੁੱਕਰ ਜਿਹੜਾ ਹੈਗਾ ਉਹ ਵਫਾਦਾਰ ਹੈਗਾ, ਇਨਸਾਨ ਜਿਹੜਾ ਹੈਗਾ ਇਹ ਸਾਰੀਆਂ ਕੁਆਲਿਟੀਜ਼ ਜਿਹੜੀਆਂ ਆਪਣੇ ਵਿੱਚ ਰੱਖਦਾ ਹੈ, ਪਰ ਇਹ ਭੁੱਲ ਜਾਂਦਾ ਜਦੋਂ ਇਸ ਦੇ ਉੱਤੇ ਈਵਲਸ ਜਿਹੜੇ ਨੇ ਭਾਰੂ ਹੋ ਜਾਂਦੇ ਨੇ। ਸੋ ਆਓ ਇੱਥੋਂ ਹੀ ਕੰਟੀਨਿਊ ਕਰਕੇ ਜਾਣਕਾਰੀ ਲੈਂਦੇ ਹਾਂ ਕਿ ਅੱਗੇ ਸਾਨੂੰ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ। ਹਾਂਜੀ ਵੀਰ ਜੀ, ਸ਼ੁਕਰ ਵਾਹਿਗੁਰੂ ਜੀ ਦਾ। ਥੈਂਕ ਯੂ ਤੁਹਾਡਾ, ਥੈਂਕ ਯੂ ਆਪਣੇ ਦਰਸ਼ਕਾਂ ਦਾ, ਸਪਾਂਸਰਸ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 15-16 ਦੇ ਉੱਪਰ ਅੰਕਿਤ ਹੈ ਸ਼ਬਦ ਸ੍ਰੀ ਰਾਗ ਦਾ, ਜਿਹਦੇ 3 ਪਦਿਆਂ ਦੀ ਵਿਚਾਰ ਆਪਾਂ ਪਿੱਛੇ ਕੀਤੀ ਸੀ। ਆਨੰਦ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਇੱਕ ਪੰਕਤੀ ਟੱਚ ਕੀਤੀ ਸੀ ਕਿ ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਨੰਦ ਸਾਹਿਬ ਵਿੱਚ ਕਹਿੰਦੇ ਨੇ ਕਿ ਜਿਤਨੇ ਧਾਰਮਿਕ ਗ੍ਰੰਥ ਸਨ ਜਾਂ ਧਾਰਮਿਕ ਗ੍ਰੰਥਾਂ ਨੂੰ ਵਿਚਾਰਨ ਵਾਲੇ ਸਨ, ਉਪਦੇਸ਼ ਕਰਨ ਵਾਲੇ ਸਨ, ਉਹ 2 ਗੱਲਾਂ ਤੇ ਐਮਫਾਸਾਈਜ਼ ਕਰਦੇ ਸਨ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੇ। ਜਾਂ ਤਾਂ ਐਮਫਾਸਾਈਜ਼ ਹੁੰਦਾ ਸੀ ਕਿ ਜਿਹੜੇ ਪੁੰਨ ਭਾਵ ਕੰਮ ਕਰਨੇ ਚਾਹੀਦੇ ਨੇ ਉਹ ਮਨੁੱਖ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ। ਪਾਪ ਹੁੰਦਾ ਜਿਹੜੇ ਕੰਮ ਨਹੀਂ ਕਰਨੇ ਚਾਹੀਦੇ, ਉਹਨਾਂ ਤੋਂ ਬਚਣ ਵਾਸਤੇ ਮਨੁੱਖ ਨੂੰ ਸੁਚੇਤ ਕੀਤਾ ਜਾਂਦਾ ਸੀ। ਹੁਣ ਇੱਕ ਪਾਸੇ ਇਹ ਦੋਨੋਂ ਯਤਨ ਮਾਤਾ ਪਿਤਾ ਤੋਂ ਬਚਪਨ ਤੋਂ ਸ਼ੁਰੂ ਹੋ ਜਾਂਦੇ ਨੇ ਕਿ ਚੰਗੇ ਕੰਮ ਕਰਨੇ ਚਾਹੀਦੇ ਨੇ, ਬੁਰੇ ਕੰਮਾਂ ਤੋਂ, ਪਾਪ ਕਰਮਾਂ ਤੋਂ ਬਚਣਾ ਚਾਹੀਦਾ ਹੈ। ਪਰ ਸਮਾਜ ਅੰਦਰ ਇਹ ਸਭ ਕੁਝ ਵੱਧਦਾ ਜਾ ਰਿਹਾ ਹੈ, ਪੀੜ੍ਹੀ ਦਰ ਪੀੜ੍ਹੀ ਵਧਿਆ। ਜਿਹੜੇ ਕੰਮ ਨਹੀਂ ਕਰਨੇ ਚਾਹੀਦੇ ਉਹ ਵੱਧਦੇ ਜਾ ਰਹੇ ਨੇ, ਜਿਹੜੇ ਕੰਮ ਕਰਨੇ ਚਾਹੀਦੇ ਨੇ ਉਹ ਘਟਦੇ ਜਾ ਰਹੇ ਨੇ। ਗੁਰੂ ਪਾਤਸ਼ਾਹ ਉੱਥੇ ਕਹਿੰਦੇ ਤੱਤ ਹੈ ਸਾਰ ਨਾ ਜਾਣੀ। ਇੱਕ ਤੱਤ ਹੈ, ਤੱਤ ਹੁੰਦਾ ਬੀਜ, ਜੜ। ਉਹ ਜੜ ਕਿਹੜੀ ਹੈ? ਪਿਛਲੇ ਐਪੀਸੋਡ ਵਿੱਚ ਆਪਾਂ ਵਿਚਾਰਿਆ ਸੀ ਜੜ ਹੈ ਸਾਡੇ ਮਨ ਅੰਦਰ ਰਸਾਂ ਦੇ ਚਸਕੇ, ਰਸ ਵਿੱਚ। ਹੁਣ ਕੁਝ ਰਸ ਦੀ ਆਪਾਂ ਕੈਟੇਗਰੀਜ਼ ਵੀ ਡਿਸਕਸ ਕੀਤੀ ਸੀ ਕਿ ਮਨੁੱਖ ਨੇ ਪ੍ਰਾਪਰਟੀ ਬਣਾਉਣੀ ਹੈ, ਪਰ ਪ੍ਰਾਪਰਟੀ ਬਣਾਉਣ ਦੇ ਰਸ ਵਿੱਚ ਬਾਕੀ ਸਭ ਕੁਝ ਨਾ ਭੁੱਲ ਜਾਵੇ। ਪੈਸਾ ਕਮਾਉਣਾ ਹੈ, ਪੈਸਾ ਕਮਾਉਣ ਦੇ ਰਸ ਵਿੱਚ ਕਿਤੇ ਬਾਕੀ ਸਭ ਕੁਝ ਨਾ ਭੁੱਲ ਜਾਵੇ। ਦੂਸਰੀ ਗੱਲ ਪਿਛਲੇ 3 ਪਦਿਆਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਕਹੀ ਸੀ ਕਿ ਜਿਹੜੀ ਸਾਡੀ ਸ਼ਬਦਾਵਲੀ ਹੈ, ਜਿਹੜੇ ਸਾਡੇ ਸਬਜੈਕਟ ਨੇ, ਉਹ ਜਦੋਂ ਅਸੀਂ ਡਿਸਕਸ ਕਰਦੇ ਹਾਂ, ਸਾਡੇ ਕੀਤੇ ਹੋਏ ਡਿਸਕਸ ਸਬਜੈਕਟ ਤੇ ਸਾਡੀ ਵਰਤੀ ਹੋਈ ਸ਼ਬਦਾਵਲੀ ਦੋਨਾਂ ਦਾ ਅਸਰ ਸਾਡੇ ਮਨ ਤੇ ਵੀ ਪੈਂਦਾ ਹੈ ਤੇ ਸੁਣਨ ਵਾਲੇ ਦੇ ਮਨ ਤੇ ਵੀ ਪੈਂਦਾ ਹੈ। ਹੁਣ ਅੱਜ ਇਸ ਚੌਥੇ ਪਦੇ ਵਿੱਚ ਸਤਿਗੁਰੂ ਜੀ ਕਮਾਲ ਹੀ ਕਰਦੇ ਨੇ। ਵੀਰ ਜੀ, ਇੱਥੇ ਮੈਂ ਇੱਕ ਦਰਸ਼ਕਾਂ ਨੂੰ ਬੇਨਤੀ ਕਰ ਦੇਵਾਂ, ਕਈ ਵਾਰੀ ਅਸੀਂ 2 ਪੰਕਤੀਆਂ ਨੂੰ ਸਾਹਮਣੇ ਰੱਖ ਕੇ ਹੀ ਕਨਸੈਪਟ ਨੂੰ ਸਮਝਣਾ ਚਾਹੁੰਦੇ ਹੁੰਦੇ। ਨਹੀਂ, ਉਹ ਸਾਰਾ ਸ਼ਬਦ ਹੀ ਇੱਕ ਪੂਰਾ ਸਬਜੈਕਟ ਹੁੰਦਾ ਹੈ। ਦੂਸਰੀ ਮੈਂ ਬੇਨਤੀ ਕਰ ਦੇਵਾਂ, ਜਿਹੜੇ ਆਪ ਸਹਿਜ ਪਾਠ ਕਰਦੇ ਨੇ ਤੇ ਨਾਲ ਮੈਂ ਵੀ ਬੇਨਤੀ ਕਰ ਦੇਵਾਂ, ਹਰ ਗੁਰਸਿੱਖ ਨੂੰ ਖੁਦ ਰੋਜ਼ਾਨਾ ਸਹਿਜ ਪਾਠ ਕਰਨਾ ਚਾਹੀਦਾ ਹੈ। ਅਰਥ ਸਮਝ ਕੇ ਸਹਿਜੇ ਪਾਠ ਕਰਨਾ ਚਾਹੀਦਾ ਹੈ। ਤੇ ਜਿਹੜੇ ਸਹਿਜ ਪਾਠ ਕਰਦੇ ਨੇ ਨਾ, ਉਹਨਾਂ ਨੂੰ ਮੈਂ ਬੇਨਤੀ ਕਰਾਂ, ਇੱਕ ਸ਼ਬਦ ਤੋਂ ਬਾਅਦ ਜਿਹੜਾ ਦੂਸਰਾ ਸ਼ਬਦ ਆਉਂਦਾ ਹੈ ਨਾ, ਉਹਦਾ ਪਿਛਲੇ ਸਬਜੈਕਟ ਨਾਲ ਬੜਾ ਸੰਬੰਧ ਹੁੰਦਾ। ਪੂਰਾ ਸਬਜੈਕਟ ਤੁਰਿਆ ਜਾ ਰਿਹਾ ਹੁੰਦਾ। ਬੜਾ ਆਨੰਦ ਹੈ ਗੁਰਬਾਣੀ ਦਾ ਜੇ ਇਹ ਸਬਜੈਕਟ ਸਮਝ ਆਉਣ ਲੱਗ ਜਾਣ। ਹੁਣ ਇੱਥੇ ਸਤਿਗੁਰੂ ਚੌਥੇ ਪਦੇ ਵਿੱਚ ਕਹਿੰਦੇ ਨੇ
ਕਿ ਆਮ ਤੌਰ ਤੇ ਜਿਹੜੀ ਡਿਸਕਸ਼ਨ ਹੁੰਦੀ ਹੈ ਨਾ, ਉਸ ਡਿਸਕਸ਼ਨ ਚੋਂ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ? ਜਿਹਨੂੰ ਬੰਦਾ ਸਿਆਣਾ ਮੰਨਦਾ ਹੈ, ਜੇ ਇਹ ਬੜਾ ਸਿਆਣਾ ਹੈ। ਹੁਣ ਆਮ ਤੌਰ ਤੇ ਕੀ ਹੈ, ਇੱਕ ਬੰਦੇ ਕੋਲ ਘਰ ਨਹੀਂ ਹੈ ਤੇ ਇੱਕ ਬੰਦੇ ਨੇ 10 ਘਰ ਬਣਾ ਲਏ ਨੇ। ਅਸੀਂ ਸੋਚਦੇ ਹਾਂ ਬਹੁਤ ਸਿਆਣਾ ਹੈ ਵੀ ਇਹ ਸਾਨੂੰ ਗਾਈਡ ਕਰੇਗਾ, ਪਰ ਉਹ ਜਦੋਂ ਗਾਈਡ ਕਰਦਾ ਹੈ, ਉਹਦੀ ਸ਼ਬਦਾਵਲੀ ਵਿੱਚ, ਉਹਦੇ ਸਬਜੈਕਟ ਵਿੱਚ, ਉਹ ਆਪ ਉਹਦੇ ਵਿੱਚ ਮਸਤ ਹੋਇਆ, ਪ੍ਰਾਪਰਟੀ ਬਣਾਉਣ ਵਿੱਚ ਇਤਨਾ ਖੋਇਆ ਹੋਇਆ ਹੈ ਕਿ ਉਹ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਟਾਈਮ ਨਹੀਂ ਦੇ ਸਕਿਆ, ਘਰ ਵਿੱਚ ਸਿੱਖੀ ਗੁਰਮਤਿ ਨਹੀਂ ਸੰਭਾਲ ਸਕਿਆ। ਉਹ ਸਾਰਾ ਕੁਝ ਇੱਧਰ ਵੀ ਇੰਸਟਾਲ ਹੋ ਜਾਂਦਾ ਜਿਹੜਾ ਬੰਦਾ ਸਿੱਖਦਾ, ਕਿਉਂਕਿ ਸਿਆਣਾ ਮੰਨ ਕੇ ਉਹ ਕੀਤਾ ਸੀ। ਦੂਸਰੀ ਗੱਲ, ਜਿਹੜਾ ਬੰਦਾ ਜਿਹਦਾ ਰੈਪੂਟੇਸ਼ਨ ਹੁੰਦੀ ਹੈ, ਉਹਨੂੰ ਬੰਦਾ ਸੁਣਦਾ, ਉਹਦਾ ਪ੍ਰਭਾਵ ਪੈ ਜਾਂਦਾ। ਤੇ ਰੈਪੂਟੇਸ਼ਨ ਦਾ ਸਾਡਾ ਪੈਰਾਮੀਟਰ ਕੀ ਹੈ ਕਿ ਇਹਨੂੰ ਲੋਕ ਸਾਰੇ ਮੰਨਦੇ ਨੇ, ਕੋਈ ਪਦਵੀ ਹੈ ਉਹਦੇ ਕੋਲ, ਜਾਂ ਜਿਸ ਤਰ੍ਹਾਂ ਵੀ ਉਹ ਫੇਮਸ ਹੋ ਗਿਆ, ਹੋ ਸਕਦਾ ਕੋਈ ਪੈਸੇ ਦੇ ਕੇ ਪਬਲਿਸਿਟੀ ਕਰਾ ਕੇ ਹੀ ਫੇਮਸ ਹੋਇਆ ਹੋਵੇ, ਤੇ ਇਸ ਤਰ੍ਹਾਂ ਉਹਦੀ ਗੱਲ ਮੰਨਦਾ। ਤੀਸਰੀ ਹੈ ਜਿਹੜਾ ਅਮੀਰ ਹੁੰਦਾ ਹੈ, ਉਹਦੀ ਗੱਲ ਮੰਨਦਾ। ਇਹ ਤਿੰਨ ਚੀਜ਼ਾਂ ਦੀ ਜੜ ਪਕੜੀ। ਸਤਿਗੁਰੂ ਜੀ ਕਹਿੰਦੇ ਪਹਿਲਾਂ ਤਾਂ ਇਹ ਸਮਝਣਾ ਪਵੇਗਾ ਪਿਆਰਿਓ, ਸਿਆਣਾ ਕੌਣ ਹੈ? ਰੱਬ ਦੀਆਂ ਨਜ਼ਰਾਂ ਵਿੱਚ ਜਾਂ ਰੱਬ ਦੇ ਬਣਾਏ ਹੋਏ ਇਸ ਨਿਜ਼ਮ ਦੇ ਵਿੱਚ, ਕੁਦਰਤ ਦੇ ਵਰਤਾਰਿਆਂ ਵਿੱਚ ਅਸਲੀ ਸਿਆਣਾ ਕੌਣ ਹੈ? ਦੂਸਰੀ ਗੱਲ, ਅਸਲੀ ਰੈਪੂਟੇਸ਼ਨ ਕਿਹਦੇ ਕੋਲ ਹੈ? ਤੇ ਤੀਸਰੀ ਗੱਲ, ਅਸਲੀ ਅਮੀਰ ਕੌਣ ਹੈ? ਰੀਅਲ ਰਿਚ ਕੌਣ ਹੈ? ਸਤਿਗੁਰੂ ਜੀ ਨੇ ਬੜੀ ਸੋਹਣੀ ਪੰਕਤੀ ਵਰਤੀ ਹੈ, ਤਿੰਨ ਮੱਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਸਿਆਣਾ ਤਾਂ ਉਹ ਹੈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਸਮਾਏ ਹੋਏ ਨੇ। ਇਹ ਕੀ ਹੋਇਆ? ਇਹਨੂੰ ਡੇਲੀ ਲਾਈਫ ਵਿੱਚ ਦੇਖੀਏ ਅਸੀਂ। ਹਰ ਵੇਲੇ ਸਾਡੇ ਅੰਦਰ ਆਟੋਮੈਟਿਕਲੀ ਵਿਚਾਰ ਕਿਸ ਬਾਰੇ ਚੱਲਦੇ ਨੇ, ਉਹ ਸਾਡੇ ਹਿਰਦੇ 'ਚ ਸਮਾਇਆ ਹੋਇਆ ਹੈ। ਨੰਬਰ 2, ਕਦੀ ਕਦਾਈ 2 3 ਜਾਂ 4 ਕੰਮ ਇਕੱਠੇ ਕਰਨੇ ਹੁੰਦੇ ਨੇ, ਇਕੱਠੇ ਹੋ ਨਹੀਂ ਸਕਦੇ। ਇੱਕ ਕਰਨਾ ਹੈ, ਦੂਸਰੇ ਛੱਡਣੇ ਨੇ। ਉਹ ਕਿਸ ਨੂੰ ਪ੍ਰਾਇੋਰਟਾਈਜ਼ ਕਰਦਾ ਹੈ, ਪ੍ਰਾਇੋਰਟੀ ਕਿਸ ਨੂੰ ਦਿੰਦਾ ਹੈ, ਪਹਿਲੀ ਤਰਜੀਹ ਕਿਸ ਨੂੰ ਦਿੰਦਾ ਹੈ, ਉਹ ਹਿਰਦੇ ਵਿੱਚ ਵਸਿਆ ਹੋਇਆ। ਜੇ ਹਰ ਕੰਮ ਕਰਨ ਤੋਂ ਪਹਿਲਾਂ ਮਨ ਅੰਦਰ ਇਹ ਚੇਤਨਾ ਹੈ ਕਿ ਮੈਂ ਉਹ ਕੰਮ ਕਰਨੇ ਨੇ, ਮੈਂ ਕੰਮ ਕਰਨ ਦਾ ਤਰੀਕਾ ਉਹ ਰੱਖਣਾ ਹੈ ਜਿਸ ਨਾਲ ਮੇਰੇ ਗੁਰੂ ਸਾਹਿਬ ਤੇ ਮੇਰੇ ਵਾਹਿਗੁਰੂ ਜੀ ਖੁਸ਼ ਹੁੰਦੇ ਨੇ। ਜੇ ਮਨ ਵਿੱਚ ਇਹ ਫੋਕਸ ਹੈ ਕਿ ਮੇਰੇ ਗੁਰੂ ਪਾਤਸ਼ਾਹ ਨੇ ਸਾਨੂੰ ਮਿਸ਼ਨ ਦਿੱਤਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਦੂਸਰਿਆਂ ਦਾ ਭਲਾ ਕਰਨ ਵਾਸਤੇ ਜ਼ਿੰਦਗੀ ਵਾਰ ਦੇਣੀ ਹੈ। ਬਹੁਤ ਐਸੀਆਂ ਰੂਹਾਂ ਨੇ ਜਿਹੜੇ ਪਰਉਪਕਾਰ ਕਰਦੇ ਨੇ, ਉਸ ਮਿਸ਼ਨ ਤੇ ਤੁਰਦੇ ਨੇ। ਇਹਦਾ ਮਤਲਬ ਉਹਨਾਂ ਦੇ ਹਿਰਦੇ ਵਿੱਚ ਸਮਾਇਆ ਹੋਇਆ ਸਬਜੈਕਟ, ਸ਼ਬਦਾਵਲੀ, ਫੋਕਸ, ਟਾਰਗੇਟ, ਇਹ ਤਿੰਨ ਚੀਜ਼ਾਂ ਦੱਸਦੀਆਂ ਨੇ ਇਹਦੇ ਅੰਦਰ ਸਮਾਇਆ ਹੋਇਆ ਕੀ ਹੈ ਜੀ। ਸਤਿਗੁਰੂ ਜੀ ਕਹਿੰਦੇ ਜੇ ਰੱਬ ਦੀ ਯਾਦ, ਉਹਦਾ ਭੈ, ਸ਼ੁਕਰਾਨਾ ਤੇ ਗੁਰੂ ਪਾਤਸ਼ਾਹ ਦਾ ਮਿਸ਼ਨ ਤੁਰਨ ਨੂੰ ਫਸਟ ਪ੍ਰਾਇੋਰਟੀ ਦੇ ਰਿਹਾ ਹੈ, ਹਿਰਦੇ ਵਿੱਚ ਸਮਾਇਆ, ਉਹ ਅਸਲੀ ਸਿਆਣਾ ਹੈ, ਉਹੀ ਅਸਲੀ ਰੈਪੂਟੇਸ਼ਨ ਹੈ ਤੇ ਇਹੀ ਅਸਲੀ ਅਮੀਰੀ ਹੈ। ਵੰਡਰਫੁਲ। ਬਹੁਤ ਸੋਹਣੇ ਤਰੀਕੇ ਨਾਲ ਭਾਈ ਸਾਹਿਬ ਤੁਸੀਂ ਸਮਝਾ ਰਹੇ ਹੋ ਇਹ ਗੱਲ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਸਮਝਣੀ ਸਾਨੂੰ, ਕਿਉਂਕਿ ਅਸੀਂ ਤਾਂ ਕਿਸੇ ਹੋਰ ਹੀ ਚੀਜ਼ਾਂ 'ਚ ਪੈ ਰਹੇ ਹਾਂ। ਅਸੀਂ ਤਾਂ ਇਹ ਸਮਝਦੇ ਹਾਂ ਕਿ ਪਾਠ ਕਰ ਲਿਆ, ਥੋੜ੍ਹਾ ਜਿਹਾ ਸਵੇਰੇ ਉੱਠ ਕੇ ਨਿਤਨੇਮ ਕਰ ਲਿਆ, ਤਾਂ ਉਸ ਤੋਂ ਬਾਅਦ ਸਾਰਾ ਦਿਨ ਜੋ ਕੁਝ ਅਸੀਂ ਕਰਦੇ ਹਾਂ ਸਾਨੂੰ ਪਤਾ ਹੀ ਹੈ। ਪਰ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਪਹਿਲ ਦੇਣੀ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂ ਗੁਰੂ ਸਾਹਿਬ ਇਸ ਦੀ ਇੰਪੋਰਟੈਂਸ ਦੱਸਦੇ ਨੇ। ਉਸ ਦੇ ਨਾਲ ਹੀ ਤੁਸੀਂ ਜਿਹੜੀ ਗੱਲ ਕੀਤੀ ਸਹਿਜ ਪਾਠ ਦੀ, ਮੇਰੇ ਕੋਲ ਰਣਜੀਤ ਕੌਰ ਜੀ ਦਾ ਇੱਕ ਸਵਾਲ ਆਇਆ ਹੈ। ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹਦਾ ਸਵਾਲ ਦਾ ਜਵਾਬ ਲੈਣਾ ਚਾਹਾਂਗੇ ਕਿ ਸਹਿਜ ਪਾਠ ਦੀ ਜਿੱਥੇ ਤੁਸੀਂ ਗੱਲ ਕਰਦੇ ਹੋ, ਉਹ ਇਹ ਪੁੱਛ ਰਹੇ ਨੇ ਕਿ ਸਹਿਜ ਪਾਠ ਦਾ ਕੀ ਮਤਲਬ ਹੋਇਆ? ਕਿ ਜਿਸ ਤਰ੍ਹਾਂ ਇੱਕ ਪੰਨਾ ਹਰ ਰੋਜ਼ ਪੜ੍ਹ ਲੈਣਾ, ਜਾਂ ਭਾਵੇਂ ਇੱਕ ਪੰਕਤੀ ਸਮਝ ਕੇ ਪੜ੍ਹਨੀ, ਸਹਿਜ ਪਾਠ ਤੋਂ ਕੀ ਭਾਵ ਹੈ? ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਨਾ ਜੀ। ਕੁਛ ਹੀ ਦੇਰ ਤੱਕ ਵਾਪਸ ਆ ਕੇ ਤੁਹਾਡੇ ਤੋਂ ਜਾਣਕਾਰੀ ਲੈਣੀ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼, ਪੋਰਸਲਨ ਜਾਂ ਸਿਰੈਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304 84 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604 330 7363 604 330 7363।
thought she won a gift card, but we had a much bigger surprise for her. We rise by lifting others. Basant Motors. ਜੇ ਕਿਸੇ ਬਿਜ਼ਨਸਮੈਨ ਨੂੰ ਕੋਈ ਪਿਆਰ ਕਰਦਾ ਹੈ ਤਾਂ ਕੀ ਵਜ੍ਹਾ ਹੋ ਸਕਦੀ ਹੈ। ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ। ਇੰਟੈਲੀਜੈਂਸ ਦਾ ਉਦਾਹਰਨ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ, ਜਿੱਥੇ ਤੁਹਾਡੇ ਲੋੜ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ। ਸਪੇਸ ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੁਖੀ ਬਾਟ ਟਰੱਕ ਸੈਂਟਰ ਇਹਨਾਂ ਟਰੱਕਾਂ ਨਾਲ ਹੀ ਹੈ ਟੌਰ। ਕੀ ਤੁਸੀਂ ਸਰੀ, ਡੈਲਟਾ, ਰਿਚਮੰਡ, ਐਬਸਫੋਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ, ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ, ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ। ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295 ਉੱਤੇ। ਸ਼ਾਮਲ ਤੁਸੀਂ ਦਾ ਹਰਪ੍ਰੀਤ ਸਿੰਘ ਸ਼ੋਅ ਵਿੱਚ ਅਤੇ ਅੱਜ ਦੀ ਸ਼ਾਮ ਭਾਈ ਰਾਮ ਸਿੰਘ ਜੀ ਰਜਾਇਣਾ ਸਾਡੇ ਨਾਲ ਸਾਂਝ ਪਾ ਰਹੇ ਨੇ। ਇਹ ਹਫਤਾਵਾਰੀ ਪ੍ਰੋਗਰਾਮ ਜੋ ਹੁੰਦਾ ਹੈ ਜਿਸ ਲਈ ਤੁਸੀਂ ਉਡੀਕਦੇ ਹੋ, ਤੁਹਾਡੇ ਬਹੁਤ ਧੰਨਵਾਦੀ ਹਾਂ। ਤੇ ਖਾਸ ਤੌਰ 'ਤੇ ਰਾਮ ਸਿੰਘ ਜੀ ਦੇ ਜਿਹੜੇ ਕਿ ਸਮਾਂ ਕੱਢ ਕੇ ਸਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਗੁਰਬਾਣੀ ਨਾਲ ਸਾਨੂੰ ਜੋੜਦੇ ਨੇ। ਸੋ ਕੁਝ ਹੀ ਪਹਿਲਾਂ ਤੱਕ ਉਹਨੂੰ ਵਾਪਸ ਲੈ ਕੇ ਆਉਂਦੇ ਨੇ, ਲੇਕਿਨ ਉਸ ਤੋਂ ਪਹਿਲਾਂ ਦੱਸਦੀ ਕੁਝ ਸਪਾਂਸਰਸ ਦੇ ਨਾਮ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ AMC ਇੰਸ਼ੋਰੈਂਸ ਦੇ ਸਹਿਯੋਗ ਨਾਲ। ਹੋਮ, ਆਟੋ, ਟਰੈਵਲ, ਬਿਜ਼ਨਸ, ਲਾਈਫ ਜਾਂ ਰਿਕ੍ਰੀਏਸ਼ਨਲ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਫਿਰ ਇਹ ਤੁਹਾਡੀ ਮਦਦ ਕਰ ਸਕਦੇ ਨੇ। ਹਫਤੇ ਦੇ 7 ਦਿਨ ਸਵੇਰੇ 8:30 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ। 9 ਬ੍ਰਾਂਚਿਸ ਨੇ ਲੋਅਰ ਮੇਨਲੈਂਡ ਵਿੱਚ ਜੋ ਤੁਹਾਨੂੰ ਸਰਵ ਕਰਦੀਆਂ ਨੇ। ਫੋਨ ਨੰਬਰ ਹੈ 604 507 6666 604 507 6666 ਤੇ ਫੋਨ ਕਰ ਸਕਦੇ ਹੋ। ਅਗਲੇ ਸਹਿਯੋਗੀ ਹਨ ਅਹੀਰ ਟਰਾਂਸਪੋਰਟੇਸ਼ਨ ਗਰੁੱਪ। ਕੈਨੇਡਾ ਭਰ ਵਿੱਚ ਕਿਤੇ ਵੀ ਆਪਣੇ ਪ੍ਰੋਡਕਟਸ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤੇ ਡਿਪੈਂਡ ਕਰ ਸਕਦੇ ਹੋ। 1993 ਤੋਂ ਇਹ ਸਟੋਰੇਜ ਅਤੇ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਸੇਵਾਵਾਂ ਦੇ ਰਹੇ ਨੇ। ਇਹਨਾਂ ਦਾ ਮੋਟੋ ਹੈ ਯਾਰ ਕਾਰਗੋ ਇਜ਼ ਆਰ ਰਿਸਪੌਂਸਿਬਿਲਿਟੀ। 8970 ਰਿਵਰ ਰੋਡ ਡੈਲਟਾ ਇਹਨਾਂ ਦਾ ਦਫ਼ਤਰ ਹੈ। ਫੋਨ ਨੰਬਰ 604 940 9511 604 940 9511। ਈਮੇਲ ਹੈ shinda@ahir.com ਅਤੇ ਇਹਨਾਂ ਦੀ ਵੈਬਸਾਈਟ ਹੈ ahir.com। ਘਰ ਦੀ ਸ਼ਾਨ ਹੁੰਦੀ ਹੈ ਕਿਚਨ ਤੇ ਇਸ ਨੂੰ ਸੋਨਾ ਬਣਾਉਣ ਵਿੱਚ ਬੈਸਟ ਹੋਮ ਕਿਚਨ ਕੈਬਨਿਟਸ ਲੋਅਰ ਮੇਨਲੈਂਡ ਵਿੱਚ ਇੱਕ ਜਾਣੀ ਪਛਾਣੀ ਕੰਪਨੀ ਹਨ। ਕਸਟਮ ਹਾਈ ਐਂਡ ਘਰਾਂ ਤੋਂ ਲੈ ਕੇ ਮਲਟੀ ਯੂਨਿਟ ਪ੍ਰੋਜੈਕਟਸ ਇਹ ਕਰਦੇ ਨੇ। ਹਰ ਤਰ੍ਹਾਂ ਦਾ ਸਪੈਸ਼ਲ ਕੈਬਨਿਟ ਦਾ ਕੰਮ ਕਰਾਉਣ ਲਈ ਬੈਸਟ ਹੋਮ ਕਿਚਨ ਕੈਬਨਿਟਸ ਨੂੰ ਯਾਦ ਰੱਖੋ। ਕਾਲ ਕਰੋ ਸੁਰਜੀਤ ਤੇਸੀ ਨੂੰ 604 591 8171 604 591 8171। ਈਮੇਲ ਹੈ info@besthomekitchens.com। ਸੋ ਮੁੜ ਤੋਂ ਚਲਦੇ ਜੀ ਰਜਾਇਣਾ ਤੇ ਭਾਈ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਜੀ। ਜੀ ਰਾਮ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਜਿਹੜਾ ਰਣਜੀਤ ਕੌਰ ਜੀ ਨੇ ਸਵਾਲ ਪੁੱਛਿਆ ਸੀ ਸਹਿਜ ਪਾਠ ਦੇ ਸੰਬੰਧ, ਥੋੜਾ ਜਿਹਾ ਇਸ ਨੂੰ ਮੈਂ ਚਾਹਾਂਗਾ ਜ਼ਰੂਰ ਟੱਚ ਕਰ ਲਈਏ। ਹਾਂਜੀ ਵੀਰ ਜੀ, ਥੈਂਕ ਯੂ ਭੈਣ ਜੀ ਹੋਰਾਂ ਦਾ। ਜਦੋਂ ਅੰਦਰ ਸਵਾਲ ਉੱਠਦੇ ਨੇ ਨਾ ਜੀ, ਸਮਝ ਲਿਓ ਸਾਡੀ ਮੱਤ, ਸਾਡਾ ਮਨ ਹੁਣ ਤੁਰਨ ਵਾਸਤੇ ਤਿਆਰ ਹੋ ਗਿਆ। ਮੈਂ ਬ੍ਰੇਕ ਦੌਰਾਨ ਮੋਬਾਈਲ ਫੋਨ ਦੇ ਵਿੱਚੋਂ ਮਹਾਨ ਕੋਸ਼ ਵਿੱਚੋਂ ਪੜ੍ਹ ਰਿਹਾ ਸੀ ਪਾਠ। ਪਾਠ ਦੇ ਅਰਥ ਉੱਥੇ ਪਹਿਲੇ ਹੀ ਅਰਥ ਕੀਤੇ ਹੋਏ ਪੜ੍ਹਾਈ, ਐਜੂਕੇਸ਼ਨ। ਹੁਣ ਐਜੂਕੇਸ਼ਨ ਅਸੀਂ ਜਦੋਂ ਸਕੂਲ ਵਿੱਚੋਂ ਐਜੂਕੇਸ਼ਨ ਲੈਣ ਵਾਸਤੇ ਬੱਚੇ ਨੂੰ ਭੇਜਦੇ ਹਾਂ ਤੇ ਸਾਨੂੰ ਪਤਾ ਹੈ ਕਿ ਐਜੂਕੇਸ਼ਨ ਦੇ ਨਾਲ 3 ਚੀਜ਼ਾਂ ਜੁੜੀਆਂ ਹੋਈਆਂ ਨੇ। ਇੱਕ ਅੰਡਰਸਟੈਂਡਿੰਗ, ਇੱਕ ਮੈਮੋਰਾਈਜ਼ਿੰਗ ਤੇ ਇੱਕ ਜਦੋਂ ਐਗਜ਼ਾਮ ਆਏਗਾ ਉਸ ਨੂੰ ਪ੍ਰੈਕਟੀਕਲ ਰੂਪ ਵਿੱਚ ਵਰਤਣਾ। ਪਰ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਪਾਠ ਹੈ ਨਾ, ਜਿਸ ਦਿਨ ਇਹ ਸਮਝ ਆ ਗਈ ਨਾ ਕਿ ਪਾਠ ਦੇ ਪਹਿਲੇ ਅਰਥ ਨੇ ਅੰਡਰਸਟੈਂਡਿੰਗ, ਦੂਸਰੇ ਅਰਥ ਨੇ ਮੈਮੋਰਾਈਜ਼ਿੰਗ, ਤੀਸਰੇ ਅਰਥ ਨੇ ਉਹਨੂੰ ਪ੍ਰੈਕਟੀਕਲ ਰੂਪ ਵਿੱਚ ਵਰਤਣਾ। ਤੇ ਹਰ ਪਾਠ ਕਰਨ ਵਾਲੇ ਨੂੰ ਇਹ ਗੱਲ ਪਹਿਲਾਂ ਫੋਕਸ ਬਣਾਉਣਾ ਚਾਹੀਦਾ ਹੈ ਕਿ ਮੈਂ ਪਾਠ ਕਿਸ ਲਈ ਕਰ ਰਿਹਾ, ਵਾਈ ਵੀ ਡੂ। ਮੇਰਾ ਪਾਠ ਕਰਨ ਦਾ ਮਕਸਦ ਹੈ, ਮੈਂ ਜਾਣਨਾ ਚਾਹੁੰਦਾ ਮੇਰੇ ਗੁਰੂ ਪਾਤਸ਼ਾਹ ਮੈਨੂੰ ਉਪਦੇਸ਼ ਕੀ ਦੇ ਰਹੇ। ਤੇ ਜਿਹੜੀ ਗੱਲ ਭੈਣ ਜੀ ਹੋਰਾਂ ਨੇ ਪੁੱਛੀ ਨਾ ਕਿ ਕਿੰਨਾ ਕਰਨਾ, ਇਹ ਕਿਤੇ ਵੀ ਨਹੀਂ ਲਿਖਿਆ ਕਿ ਕਿੰਨਾ ਕਰਨਾ। ਇਹ ਤਾਂ ਹੁਣ ਸਮਝਣ ਤੇ 2-3 ਚੀਜ਼ਾਂ ਤੇ ਨਿਰਭਰ ਕਰੇਗਾ। ਨੰਬਰ 1, ਸਾਡੇ ਕੋਲੇ ਟਾਈਮ ਕਿੰਨਾ ਅਸੀਂ ਕੱਢਦੇ ਹਾਂ ਇਸ ਨੂੰ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਅੰਡਰਸਟੈਂਡਿੰਗ ਤੇ ਕਿੰਨਾ ਟਾਈਮ ਲਾਉਣੇ। ਦੇਖੋ ਇੱਕ ਤਰੀਕਾ ਇਹ ਵੀ ਹੁੰਦਾ ਕਿ ਆਪਾਂ ਜਦੋਂ ਸ਼ਬਦ ਪੜ੍ਹਿਆ ਉਹਦੇ ਚ ਆਇਆ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਤੇ ਸਾਨੂੰ ਲੱਗਿਆ ਸਮਝ ਆ ਗਈ। ਦੂਸਰਾ ਤਰੀਕਾ ਹੁੰਦਾ ਨਹੀਂ ਮੈਂ ਨਾਲ ਮਹਾਨ ਕੋਸ਼ ਰੱਖਾਂ, ਡਿਕਸ਼ਨਰੀ ਰੱਖਾਂ,
ਅੱਜ ਕੱਲ ਤਾਂ ਸਾਰਾ ਕੁਝ ਮੁੱਠੀ 'ਚ ਆ ਜਾਂਦਾ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ। ਫਿਰ ਉਹਦੇ 'ਚ ਮੈਂ ਪਾਠ ਦੇਖਾਂ, ਪਾਠ ਦੇ ਅਰਥ ਕੀ ਹੈ, ਐਜੂਕੇਸ਼ਨ। ਫਿਰ ਐਜੂਕੇਸ਼ਨ ਨੂੰ ਜ਼ਿੰਦਗੀ ਨਾਲ ਸਮਝਾਂ, ਸਕੂਲ ਵਿੱਚ ਕਾਲਜ ਵਿੱਚ ਐਜੂਕੇਸ਼ਨ ਕਿਵੇਂ ਲੈਂਦਾ ਸੀ, ਉਸੇ ਤਰ੍ਹਾਂ ਮੈਂ ਇੱਧਰ ਯਤਨ ਕਰਾਂ। ਉਹਦੇ ਤੇ ਕਿੰਨਾ ਟਾਈਮ ਲੱਗਦਾ ਹੈ, ਕਈ ਵਾਰੀ ਇੱਕ ਇੱਕ ਅੱਖਰ ਨੂੰ ਸਮਝਣ ਤੇ। ਇੱਕ ਸ਼ਬਦ ਆਉਂਦਾ ਅਚੇਤ ਤੇ ਇਆਣਾ, ਦੋਨੋਂ ਇਕੱਠੇ ਆਉਂਦੇ ਨੇ। ਹੁਣ ਉਹਨੂੰ ਸਮਝਣਾ ਤੁਸੀਂ, ਅਚੇਤ ਦੀਆਂ ਸੈਂਸਲੈਸ ਬੰਦਾ ਜਿਹੜਾ, ਉਹਦੀਆਂ ਨਿਸ਼ਾਨੀਆਂ, ਇਆਣੇ ਦੀਆਂ ਨਿਸ਼ਾਨੀਆਂ, ਕਿੰਨਾ ਵੀ ਟਾਈਮ ਲੱਗ ਸਕਦਾ ਹੈ। ਡਜ਼ਨਟ ਮੈਟਰ ਕਿ ਉਹ ਇੱਕ ਸ਼ਬਦ ਹੁੰਦਾ ਹੈ, ਡਜ਼ਨਟ ਮੈਟਰ ਉਹ ਇੱਕ ਪੰਕਤੀ ਹੁੰਦੀ ਹੈ ਜਾਂ ਇੱਕ ਅੰਗ ਹੁੰਦਾ ਹੈ ਜਾਂ 10 ਅੰਗ ਹੁੰਦੇ ਨੇ, ਪਰ ਪਾਠ ਕਰਨ ਦੇ ਅਰਥ ਹੈ ਸਮਝਣਾ ਮੇਰੇ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ। ਬਿਲਕੁਲ ਜੀ, ਇੱਥੇ ਮੈਂ ਗੱਲ ਜ਼ਰੂਰ ਦਰਸ਼ਕਾਂ ਨੂੰ ਕਹਿਣੀ ਚਾਹਾਂ। ਐਜੂਕੇਸ਼ਨ ਦਾ ਐਗਜ਼ਾਮਪਲ ਦਿੱਤਾ ਹੈ ਕਿ ਜਦੋਂ ਅਸੀਂ ਦੁਨਿਆਵੀ ਪੜ੍ਹਾਈ ਕਰਦੇ ਹੈਗੇ ਹਾਂ ਤਾਂ ਉਸ ਸਮੇਂ ਕਈ ਵਾਰ ਸਾਨੂੰ ਕੋਈ ਪੈਰਾਗ੍ਰਾਫ ਬਾਰ-ਬਾਰ ਪੜ੍ਹਨੇ ਪੈਂਦੇ ਹੈਗੇ ਨੇ, ਕਈ ਪੈਰਾਗ੍ਰਾਫ ਇੱਕੋ ਵਾਰੀ ਪੜ੍ਹ ਕੇ ਸਮਝ ਆ ਜਾਂਦੇ ਨੇ, ਪਰ ਅਸੀਂ ਜਿੰਨਾ ਯਤਨ ਉੱਥੇ ਲਾਉਂਦੇ ਹਾਂ, ਇਹੀ ਸੋਚ ਅਸੀਂ ਜੇਕਰ ਸਪਿਰਿਚੁਅਲਿਟੀ ਵਾਲੇ ਪਾਸੇ ਵੀ ਲਾਈਏ ਤਾਂ ਸਾਨੂੰ ਇਸ ਰਾਹ ਦੇ ਉੱਤੇ ਸਾਨੂੰ ਤਰੱਕੀ ਮਿਲੇਗੀ। ਹਾਂਜੀ ਵੀਰ ਜੀ, ਦੇਖੋ ਇਹ ਗੱਲ ਹੋਰ ਵੀ ਜੀ, ਅੱਜ ਜਦੋਂ ਕੋਈ ਪ੍ਰਚਾਰਕ ਗੁਰਮਤਿ ਤੱਤ ਦੀ ਗੱਲ ਕਰਦਾ ਹੈ ਤੇ ਉਹਦਾ ਵਿਰੋਧ ਕਿਉਂ ਹੋ ਜਾਂਦਾ ਹੈ? ਉਹਦਾ ਵਿਰੋਧ ਹੋਣ ਦਾ ਬਹੁਤ ਸਾਰੇ ਸਰੋਤੇ ਮੈਜੋਰਿਟੀ ਦੇ ਵਿੱਚ ਉਹਨੇ ਜਿਹੜੇ ਆਪ ਪਾਠ ਨਹੀਂ ਕਰਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕਹੀ ਗਈ ਹੈ। ਜਿੰਨੇ ਦਰਸ਼ਕ ਨੇ ਉਹ ਆਪਣੇ ਮਨ ਅੰਦਰ ਇੱਕ ਝਾਤੀ ਮਾਰਨ ਕਿ ਆਪਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਸਤੇ ਮੋਟੀਵੇਟ ਕੀਤਾ ਗਿਆ ਤੇ ਆਪਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ। ਜਪਜੀ ਸਾਹਿਬ ਦਾ ਪਾਠ, ਜਿਹੜੀਆਂ ਬਾਣੀਆਂ ਦਾ ਪਾਠ ਕਰਨ ਵਾਸਤੇ ਸਾਨੂੰ ਮੋਟੀਵੇਟ ਕਰਦੇ ਰਹੇ, ਅਸੀਂ ਕਰਦੇ ਰਹੇ। ਜਿਹੜੀਆਂ ਬਾਣੀਆਂ ਬਾਰੇ ਮੋਟੀਵੇਟ ਨਹੀਂ ਕੀਤਾ, ਅਸੀਂ ਪੜ੍ਹੀਆਂ ਹੀ ਨਹੀਂ। ਹੋ ਸਕਦਾ ਹੈ ਬਹੁਤ ਐਸੇ ਸਾਡੇ ਦਰਸ਼ਕ ਹੋਣ ਜਿਨ੍ਹਾਂ ਵਿਚਾਰਿਆਂ ਨੇ ਕਦੀ ਸਿੱਧ ਗੋਸ਼ਟ ਪੜ੍ਹੀ ਨਹੀਂ। ਹੁਣ ਦੇਖੋ, ਜੇ ਸਿੱਧ ਗੋਸ਼ਟ ਨਹੀਂ ਪੜ੍ਹੀ ਤਾਂ ਸਿੱਧ ਗੋਸ਼ਟ ਅੰਦਰ ਗੁਰੂ ਸਾਹਿਬ ਨੇ ਕੀ ਕਿਹਾ ਸਾਡੇ ਤੱਕ ਉਹ ਪਹੁੰਚੇ ਹੀ ਨਹੀਂ। ਇਸ ਲਈ ਸਹਿਜ ਪਾਠ ਕਰਨ ਦੇ ਅਰਥ ਹੈ ਮੇਰੇ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ। ਮੈਂ ਇੱਥੇ ਹਰ ਗੁਰਸਿੱਖ ਨੂੰ ਇੱਕ ਬੇਨਤੀ ਕਰਾਂਗਾ, ਜੇ ਤਾਂ ਗੁਰਮੁਖੀ ਪੰਜਾਬੀ ਪੜ੍ਹਨੀ ਆਉਂਦੀ ਹੈ ਤਾਂ ਸ਼ੁਕਰ, ਨਹੀਂ ਆਉਂਦੀ ਤਾਂ ਹਰ ਗੁਰਸਿੱਖ ਪਹਿਲਾਂ ਪੰਜਾਬੀ ਗੁਰਮੁਖੀ ਜ਼ਰੂਰ ਸਿੱਖੇ। ਭਾਵੇਂ ਦੁਨੀਆ ਭਰ ਦੀਆਂ ਲੈਂਗੁਏਜਸ ਸਿੱਖ ਲਵੇ, ਪਰ ਨਾਲ ਪੰਜਾਬੀ ਗੁਰਮੁਖੀ ਜ਼ਰੂਰ ਸਿੱਖੇ। ਦੂਸਰੀ ਬਾਤ, ਇੱਕ ਵਾਰੀ ਘੱਟੋ ਘੱਟ ਇੱਕ ਵਾਰੀ ਇੱਕ ਓੰਕਾਰ ਤੋਂ ਲੈ ਕੇ ਅਖੀਰ ਤੱਕ ਆਪ ਦਰਸ਼ਨ ਕਰੇ, ਜਾਨੀ ਆਪ ਪਾਠ ਕਰੇ, ਸਮਝਣ ਦਾ ਯਤਨ ਕਰੇ, ਬੜੇ ਮੋਤੀ ਮਿਲਣਗੇ। ਹੁਣ ਦੇਖੋ, ਇੱਥੇ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਕਿ ਅਸਲੀ ਸਿਆਣਾ ਉਹ ਹੈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਸਮਾਏ ਹੋਏ ਨੇ ਜੀ। ਗੱਲਾਂ ਤੋਂ ਪਤਾ ਲੱਗ ਜਾਏਗਾ, ਸਬਜੈਕਟ ਭਾਵੇਂ ਉਹੀ ਹੋਣ। ਇੱਕ ਬੰਦਾ ਕਹਿੰਦਾ ਮੈਂ ਇੱਕ ਘਰ ਬਣਾ ਲਿਆ, 2 ਹੋਰ ਬਣਾ ਲੈਣੇ। ਇੱਕ ਕਹਿੰਦਾ ਮੈਂ ਤੇ ਇੰਨੇ ਜੋਗਾ ਨਹੀਂ ਸੀ ਜਿੰਨਾ ਵਾਹਿਗੁਰੂ ਜੀ ਨੇ ਦਿੱਤਾ ਹੈ, ਤੇ ਸ਼ੁਕਰ ਵਾਹਿਗੁਰੂ ਜੀ ਦਾ, ਅੱਗੋਂ ਬੱਚੇ ਉਡਾਰ ਹੋ ਗਏ ਨੇ, 1-2 ਉਹਨਾਂ ਨੇ ਬਣਾ ਲੈਣੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਮੈਨੂੰ ਬਰਕਤਾਂ ਪਾਈਆਂ ਉਹਨਾਂ ਨੂੰ ਪਾ ਦੇਣੀਆਂ ਨੇ। ਹੁਣ ਅੰਦਰ ਕੀ ਸਮਾਇਆ ਹੋਇਆ, ਉਹਦੇ ਅੰਦਰ ਫਸਟ ਪਰਸਨ ਕੌਣ ਬਣ ਰਿਹਾ ਸਬਜੈਕਟ ਵਿੱਚ? ਵਾਹਿਗੁਰੂ ਜੀ ਬਣ ਰਹੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਕੋਈ ਕੰਮ ਕਰਨਾ ਹੈ, ਬੰਦਾ ਕਹਿੰਦਾ ਹੈ ਕਿ ਮੈਨੂੰ ਯਾਰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ, ਪਰ ਕਰੀਏ ਕੀ, ਇੱਧਰੋਂ ਬੱਚਿਆਂ ਦੀ ਕਲਾਸ ਲਾਉਣੀ ਹੈ, ਇਹ ਬੱਚਿਆਂ ਦਾ ਵਿਚਾਰਿਆਂ ਦਾ ਨੁਕਸਾਨ ਹੋਏਗਾ, ਆਪਣਾ ਕੰਮ ਬਾਅਦ ਚ ਕਰ ਲਵਾਂਗੇ। ਫੋਕਸ ਕੀ ਹੈ? ਪਰਉਪਕਾਰ। ਤਾਂ ਉਹ ਹਿਰਦੇ ਵਿੱਚ ਵਸਿਆ ਗੁਰੂ ਸਾਹਿਬ ਦੇ ਸਿਧਾਂਤ, ਵਾਹਿਗੁਰੂ ਜੀ ਦੀ ਯਾਦ ਪੈ, ਉਹ ਅਸਲੀ ਰੈਪੂਟੇਸ਼ਨ ਹੈ, ਅਸਲੀ ਇੱਜ਼ਤ ਉਹਦੇ ਕੋਲ ਹੈ, ਤੇ ਅਸਲੀ ਅਮੀਰ ਉਹ ਹੈ। ਤਿਨਕਾ ਕਿਆ ਸਾਲਾਹਣਾ, ਅਗਲੀ ਪੰਕਤੀ, ਉਹਨਾਂ ਦੀ ਕਾਹਦੀ ਵਡਿਆਈ ਕਰੀਏ, ਅਵਰ ਸਵਾਲਿਓ ਕਾਏ, ਉਹਨਾਂ ਵਰਗਾ ਸੋਹਣਾ ਕੋਈ ਨਹੀਂ। ਹੁਣ ਦੇਖੋ, ਜੇ ਸੋਚ ਕੇ ਦੇਖੋ, ਜੇ ਇਸ ਤਰ੍ਹਾਂ ਦੇ ਸਬਜੈਕਟ ਬੱਚੇ ਦੇ ਕੰਨਾਂ ਵਿੱਚ ਬਚਪਨ ਤੋਂ ਪੈਣ, ਟੀਨ ਏਜ ਤੋਂ ਪੈਣ, ਜੇ ਸਾਡੇ ਕੋਲ ਘਰਾਂ ਦਾ ਮਾਹੌਲ ਉਸ ਤਰ੍ਹਾਂ ਦਾ ਬਣ ਜਾਂਦਾ, ਇਸ ਤਰ੍ਹਾਂ ਦੀ ਡਿਸਕਸ਼ਨ ਹੁੰਦੀ। ਦੂਸਰੀ ਮੈਂ ਬੇਨਤੀ ਕਰਾਂ, ਜਿਹੜੀ ਕੌਮ ਦੇ ਸਾਹਮਣੇ ਚੈਲੰਜ ਹੈ, ਕਦੀ ਹੋਏਗਾ, ਮੈਨੂੰ ਵਿਸ਼ਵਾਸ ਹੈ ਕਦੀ ਤੇ ਹੋਏਗਾ, ਪਤਾ ਨਹੀਂ ਕਿਹੜੀ ਪੀੜ੍ਹੀ ਵਿੱਚ ਜਾ ਕੇ ਹੋਵੇ। ਸਾਡੇ ਕੋਲੇ ਫਿਲਮ ਇੰਡਸਟਰੀ ਆਪਣੀ ਹੁੰਦੀ, ਸਾਡੇ ਕੋਲੇ ਤਾਂ ਸਟੋਰੀਆਂ ਹੀ ਨਹੀਂ ਮੁੱਕਦੀਆਂ। ਬਿਲਕੁਲ, ਕਿੰਨੀਆਂ ਕਮਾਲ ਦੀਆਂ ਸਟੋਰੀਆਂ ਨੇ। ਫਿਲਮ ਇੰਡਸਟਰੀ ਸਾਡੀ ਆਪਣੀ ਹੋਵੇ, ਸਾਡਾ ਐਜੂਕੇਸ਼ਨਲ ਸਟਰਕਚਰ ਸਾਡਾ ਆਪਣਾ ਹੋਵੇ, ਸਾਡੇ ਸਕੂਲ ਆਪਣੇ ਹੋਣ, ਤੇ ਸਾਡੇ ਕੋਲੇ ਸਿੱਖ ਸੁਸਾਇਟੀ, ਆਈਡੀਅਲ ਸਿੱਖ ਸੁਸਾਇਟੀ ਸੱਜੀ ਹੋਵੇ। ਸਾਡੇ ਖੁਸ਼ੀ ਗਮੀ ਦੇ ਸਮਾਗਮਾਂ ਦੇ ਵਿੱਚ ਕੇਵਲ ਗੁਰਮਤਿ ਸਿਧਾਂਤ ਹੋਣ, ਜਿਵੇਂ ਕਰਮਕਾਂਡ ਜੇ ਨਾ ਹੁੰਦੇ ਹੋਏ ਪਏ ਹੋਣ, ਇੱਕ ਗੁਰਮਤਿ ਸਿਧਾਂਤ ਹੋਣ, ਤੱਤ ਦੀਆਂ ਗੱਲਾਂ ਹੋਣ। ਜਿੰਨੇ ਸਾਡੇ ਵਿਆਹ ਨੇ ਪੁੱਤਰਾਂ ਧੀਆਂ ਦੇ, ਬੱਚੇ ਬੱਚੀਆਂ ਦੇ, ਉਹਨਾਂ ਵਿਆਹਾਂ ਵਿੱਚ ਗੁਰਮਤਿ ਦੀਆਂ ਰੌਣਕਾਂ ਹੋਣ, ਗੁਰਮਤਿ ਦੇ ਕ੍ਰਿਸ਼ਮੇ ਹੋਣ, ਤੇ ਸੱਚ ਜਾਣਿਓ ਇਹਦੇ ਵਰਗੀ ਸੁੰਦਰਤਾ ਹੋਰ ਕੋਈ ਨਹੀਂ।
ਬਿਲਕੁਲ ਸਹੀ ਕਿਹਾ ਜੀ। ਜੇ ਜੇ ਪੈ ਗਏ ਹਾਂ ਅਸੀਂ ਤੇ ਸਾਨੂੰ ਵਾਪਸ ਗੁਰਮਤ ਨਾਲ ਜੁੜ ਕੇ ਹੀ ਅਸੀਂ ਵਾਪਸ ਆ ਸਕਦੇ ਹਾਂ, ਤੇ ਉਸ ਵਾਸਤੇ ਸਾਨੂੰ ਯਤਨ ਕਰਨਾ ਚਾਹੀਦਾ ਹੈਗਾ। ਕਿਉਂਕਿ ਜਦੋਂ ਵੀ ਕਿਤੇ ਗੱਲ ਕਰੋ, ਭਾਵੇਂ ਉਹ ਇੰਡੀਵਿਜੂਅਲ ਤੌਰ ਤੇ ਹੋਏ ਜਾਂ ਪੰਥਕ ਲੈਵਲ ਤੇ ਗੱਲ ਹੋਏ, ਜਾਂ ਤੁਸੀਂ ਪਰਿਵਾਰਾਂ 'ਚ ਬੈਠ ਕੇ ਗੱਲ ਕਰਦੇ ਹੋ ਕਿ ਜੀ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ, ਇਹ ਇੱਕ ਆਮ ਤੌਰ ਤੇ ਅਸੀਂ ਕਹਿੰਦੇ ਹਾਂ। ਪਰ ਉਹਦੇ ਵਾਸਤੇ ਕੀ ਅਸੀਂ ਯਤਨ ਕਰ ਰਹੇ ਹਾਂ? ਜੇਕਰ ਕੋਈ ਇਨੀਸ਼ੀਏਟ ਕਰਦਾ ਹੈ, ਐਂਡ ਮਿਸਾਲ ਦੇ ਤੌਰ ਤੇ ਤੁਹਾਡੇ ਵੱਲੋਂ ਜਿਹੜੇ ਇਹ ਪ੍ਰੋਜੈਕਟਸ ਲਾਏ ਗਏ ਨੇ ਬੱਚਿਆਂ ਵਾਸਤੇ, ਬੜੇ ਚੈਲੰਜਿੰਗ ਹੈਗੇ ਨੇ, ਮੈਨੂੰ ਪਤਾ ਹੈਗਾ। ਕਿਉਂਕਿ ਜਦੋਂ ਕੋਈ ਸਹੀ ਕੰਮ ਕਰੇ ਤਾਂ ਉਸ ਵਾਸਤੇ ਰਿਸੋਰਸਿਸ ਇਕੱਠੇ ਕਰਨੇ, ਪ੍ਰੋਗਰਾਮ ਨੂੰ ਅੱਗੇ ਚਲਾਉਣਾ, ਲੋਕਾਂ ਨੂੰ ਜੋੜਨਾ ਬੜਾ ਔਖਾ ਹੋ ਜਾਂਦਾ ਹੈ। ਪਰ ਗੁਰੂ ਦੀ ਬਖਸ਼ਿਸ਼ ਤੁਹਾਡੇ ਉੱਤੇ ਹੈਗੀ ਹੈ। ਸਾਨੂੰ ਬੜਾ ਮਾਣ ਹੈਗਾ ਕਿ ਤੁਸੀਂ ਸਾਰੇ ਚੈਲੰਜਸ ਦੇ ਬਾਵਜੂਦ ਇਕੱਲੇ ਇਹ ਜਿਹੜਾ ਹੈਗਾ ਮੁਹਿੰਮ ਆਰੰਭੀ ਹੋਈ ਹੈ ਤੇ ਬੱਚਿਆਂ ਨੂੰ ਨਾਲ ਜੋੜ ਰਹੇ ਹੋ, ਜਿਸ ਸਦਕੇ ਹੁਣ ਪੂਰੇ ਕੈਨੇਡਾ ਭਰ ਵਿੱਚ ਤੁਸੀਂ ਆਨਲਾਈਨ ਵੀ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਹੋ ਹਰ ਹਫਤੇ। ਸੋ ਇਹ ਇੱਕ ਬਹੁਤ ਵਧੀਆ ਗੱਲ ਹੈਗੀ ਹੈ। ਤੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਸਾਰੇ ਦਰਸ਼ਕਾਂ ਨੂੰ, ਦੁਨੀਆ ਭਰ ਜੋ ਪ੍ਰੋਗਰਾਮ ਦੇਖ ਰਹੇ ਨੇ, ਕਿ ਸਾਨੂੰ ਸਪੋਰਟ ਕਰਨ ਦੀ ਲੋੜ ਹੈਗੀ ਹੈ ਇਹੋ ਜਿਹੇ ਕਾਰਜਾਂ ਨੂੰ। ਜੇਕਰ ਅਸੀਂ ਵਾਕਈ 'ਚ ਚਾਹੁੰਦੇ ਹਾਂ ਚੇਂਜ, ਤਾਂ ਵੀ ਨੀਡ ਟੂ ਹੈਲਪ ਐਂਡ ਵੀ ਨੀਡ ਟੂ ਕਮ ਫੋਰਵਰਡ ਫॉर ਥੀਸ ਕਾइंड ऑफ ਕਾਜ਼ਸ। ਕਿਉਂਕਿ ਬਹੁਤ ਵਧੀਆ ਗੱਲ ਹੈ ਜਿੱਥੇ ਤੁਸੀਂ ਸੇਵਾ ਕਰਦੇ ਹੋ ਗੁਰਦੁਆਰੇ ਵਿੱਚ ਜਾ ਕੇ, ਬਹੁਤ ਵਧੀਆ ਗੱਲ ਹੈ। ਲੇਕਿਨ ਉਸ ਦੇ ਨਾਲ ਨਾਲ ਜੇਕਰ ਸਿੱਖੀ ਨੂੰ ਅਸੀਂ ਬੂਟੇ ਨੂੰ ਮਜ਼ਬੂਤ ਕਰਨਾ ਹੈ, ਤਾਂ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਜੇਕਰ ਕੋਈ ਐਸਾ ਨੇਕ ਕੰਮ ਕਰ ਰਿਹਾ ਜਿਸ ਨਾਲ ਕਿ ਬੱਚਿਆਂ ਨੂੰ ਨਾਲ ਜੋੜੇ ਜਾ ਰਹੇ ਸਿੱਖੀ ਦੇ, ਤੇ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਸਪੋਰਟ ਹੋ ਸਕੇ ਉਹ ਜ਼ਰੂਰ ਕਰੀਏ। ਕੁਝ ਹੀ ਪਲਾਂ ਤੱਕ ਵਾਪਸ ਆ ਰਹੇ ਹਾਂ ਜੀ, ਤੇ ਇੱਥੋਂ ਹੀ ਅੱਗੇ ਕੰਟੀਨਿਊ ਕਰਾਂਗੇ। ਗੁਰੂ ਸਾਹਿਬ ਸਾਨੂੰ ਕਿਸ ਤਰ੍ਹਾਂ ਇਹ ਉਪਦੇਸ਼ ਦਿੰਦੇ ਨੇ ਕਿ ਅਸੀਂ ਇਹ ਸਮਝਣਾ ਹੈ ਤੇ ਇਹ ਕੁਰਾਹੇ ਤੇ ਨਹੀਂ ਜਾਣਾ। ਭਾਰਤ ਪੈਸੇ ਭੇਜਣੇ ਹੋਣ ਜਾਂ ਫਿਰ ਮੰਗਵਾਉਣੇ ਹੋਣ ਤੇ ਯਾਦ ਰੱਖੋ ਪੰਜਾਬ ਫੋਰੈਕਸ ਨੂੰ ਤਸੱਲੀ ਬਖਸ਼ ਸੇਵਾਵਾਂ ਅਤੇ ਵਧੀਆ ਰੇਟ ਦੇਣ ਦੀ ਇਹ ਗਾਰੰਟੀ ਕਰਦੇ ਹਨ। ਅੱਜ ਹੀ ਕਾਲ ਕਰੋ 6043491313 ਉੱਤੇ। ਲੈਣਾ ਚਾਹੁੰਦੇ ਹੋ ਨਵੇਂ ਤੇ ਵਧੀਆ ਅਪਲਾਈਐਂਸਸ ਜਿਵੇਂ ਕਿ ਸਟੋਵ, ਅਵਨ, ਫ੍ਰਿਜ, ਵਾਸ਼ਰ ਡਰਾਇਰ, ਮਾਈਕ੍ਰੋਵੇਵ, ਫ੍ਰੀਜ਼ਰਸ ਜਾਂ ਡਿਸ਼ਵਾਸ਼ਰ, ਤਾਂ ਫਿਰ ਪਹੁੰਚੋ ਪ੍ਰੀਮੀਅਮ ਅਪਲਾਈਐਂਸਸ ਤੇ। ਇਹਨਾਂ ਦੀਆਂ 3 ਬ੍ਰਾਂਚਸ ਸਰੀ, ਐਬਟਸਫੋਰਡ ਤੇ ਚਿਲਵੈਕ ਵਿੱਚ ਹਨ। ਇੱਥੇ ਤੁਹਾਨੂੰ ਵਾਜਬ ਕੀਮਤਾਂ ਤੇ ਅਪਲਾਈਐਂਸਸ ਮਿਲਣਗੇ। ਇਹ ਡਿਲੀਵਰੀ ਤੇ ਇੰਸਟਾਲੇਸ਼ਨ ਵੀ ਕਰਦੇ ਹਨ। ਸਪੈਸ਼ਲ ਪੈਕੇजेस ਫॉर ਬਿਲਡਰਸ ਐਂਡ ਹੋਮ ਓਨਰਸ। ਕਾਲ 6045904140 604 590 4140। ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਗ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 604 503 0320 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। ਕੁਦਰਤ ਦੇ ਸੌਮਿਆਂ ਦੀ ਵਰਤੋਂ ਆਯੁਰਵੇਦਾ ਰਾਹੀਂ 5000 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਕੈਨੇਡਾ ਵਿੱਚ ਹੀ ਬਣਾਏ ਗਏ ਹੈਲਥ ਕੈਨੇਡਾ ਵੱਲੋਂ ਅਪਰੂਵਡ 100% ਸ਼ੁੱਧ ਆਯੁਰਵੈਦਿਕ ਡਾਈਟਰੀ ਸਪਲੀਮੈਂਟਸ ਦਾ ਲਾਭ ਲੈ ਸਕਦੇ ਹੋ। ਸਟ੍ਰੈਸ, ਐਂਗਜ਼ਾਇਟੀ, ਇਨਸੋਮਨੀਆ, ਬਲੱਡ ਸ਼ੂਗਰ, ਕਿਡਨੀ, ਬਲੈਡਰ, ਹਾਜ਼ਮਾ, ਆਈਸਾਈਟ ਜਾਂ ਕਿਸੇ ਵੀ ਕਿਸਮ ਦੀ ਬਿਮਾਰੀ ਦਾ ਆਰਗੈਨਿਕ ਇਲਾਜ, ਜੋੜਾਂ ਦੀਆਂ ਦਰਦਾਂ ਤੇ ਸਰੀਰਕ ਮਸਾਜ ਲਈ ਕਈ ਕਿਸਮ ਦੇ ਆਯੁਰਵੈਦਿਕ ਤੇਲ ਵੀ ਉਪਲਬਧ ਹਨ। ਹੋਲਸੇਲ ਕੀਮਤਾਂ ਲਈ ਕਾਲ 604 628 2003। ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਸਵਾਲ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ, ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਦਰਸ਼ਕਾਂ ਨੂੰ ਕਿ ਜੇਕਰ ਕੋਈ ਵੀ ਮਨ ਵਿੱਚ ਤੁਹਾਡੇ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕਰੋ। ਤੁਸੀਂ ਫੇਸਬੁੱਕ ਲਾਈਵ ਦੇ ਉੱਤੇ ਮੇਰੇ ਨਾਲ ਸੰਪਰਕ ਬਣਾ ਸਕਦੇ ਹੋ, ਜਾਂ YouTube ਦੇ ਉੱਤੇ, ਜਾਂ ਫਿਰ ਡਾਇਰੈਕਟਲੀ ਫੋਨ ਵੀ ਕਰ ਸਕਦੇ ਹੋ, ਜਾਂ ਮੈਸੇਜ ਭੇਜ ਸਕਦੇ ਹੋ WhatsApp ਦੇ ਉੱਤੇ 6046037555 ਦੇ ਉੱਤੇ, ਤਾਂ ਕਿ ਭਾਈ ਸਾਹਿਬ ਤੋਂ ਉਸਦਾ ਅਸੀਂ ਜਵਾਬ ਲੈ ਸਕੀਏ। ਅਤੇ ਇਹ ਜੋ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ, ਇਸ ਦਾ ਮਕਸਦ ਹੈਗਾ ਕਿ ਅਸੀਂ ਹਰ ਇੱਕ ਕੋਈ ਸਿੱਖ ਰਿਹਾ ਇਸ ਪ੍ਰੋਗਰਾਮ 'ਚੋਂ। ਤੁਹਾਡੇ ਕੋਲੋਂ ਵੀ ਅਸੀਂ ਬਹੁਤ ਕੁਝ ਸਿੱਖਦੇ ਹਾਂ ਤੇ ਤੁਸੀਂ ਵੀ ਭਾਈ ਸਾਹਿਬ ਜੋ ਦੱਸਦੇ ਨੇ ਉਸ ਤੋਂ ਸਿੱਖ ਰਹੇ ਹੋ। ਸੋ ਇੱਕ ਇੰਟਰੈਕਸ਼ਨ ਜਿਹੜੀ ਉਹ ਬਿਹਤਰ ਹੋ ਜਾਂਦੀ ਹੈ ਜਦੋਂ ਕਿ ਸਵਾਲ ਹੋਣ, ਤਾਂ ਜਿਹੜਾ ਪ੍ਰਵਕਤਾ ਹੈਗਾ, ਜਿਹੜਾ ਬੋਲ ਰਿਹਾ, ਉਸ ਨੂੰ ਵੀ ਆਨੰਦ ਆਉਂਦਾ ਹੈਗਾ ਤੇ ਉਹ ਸਮਝਦਾ ਹੈ ਕਿ ਜੀ ਵਾਕਈ 'ਚ ਜਿਹੜੇ ਲੋਕ ਨੇ ਉਹ ਜੁੜੇ ਹੋਏ ਨੇ ਨਾਲ, ਤੇ ਹੋਰ ਇੰਟਰਸਟ ਲੈ ਕੇ ਵੀ ਅੱਗੇ ਗੱਲਬਾਤ ਹੁੰਦੀ ਹੈ। ਸੋ ਭਾਈ ਸਾਹਿਬ ਨੂੰ ਕੁਝ ਹੀ ਦੇਰ ਤੱਕ ਔਨ 에ਅਰ ਤੇ ਵਾਪਸ ਲੈ ਕੇ ਆਣੇ, ਲੇਕਿਨ ਉਸ ਤੋਂ ਪਹਿਲਾਂ ਦੱਸਦੀ ਕੁਝ ਸਾਡੇ ਸਪਾਂਸਰਸ ਦੇ ਨਾਲ। ਨਵਾਂ ਘਰ ਬਣਾ ਰਹੇ ਹੋ ਜਾਂ ਪੁਰਾਣੇ ਘਰ ਨੂੰ ਰੈਨੋਵੇਟ ਕਰਨ ਦੀ ਸੋਚ ਰਹੇ ਹੋ, ਪਤਾ ਨਹੀਂ ਚੱਲ ਰਿਹਾ ਕਿ ਟਾਈਲਸ ਕਿਹਦੇ ਕੋਲੋਂ ਲਵਾਈਆਂ ਜਾਣ, ਤਾਂ ਤੁਹਾਡੀ ਦੌੜ ਖਤਮ ਹੁੰਦੀ ਹੈ ਅਮਨ ਟਾਈਲਸ ਕੋਲ ਪਹੁੰਚ ਕੇ। ਗ੍ਰੇਨਾਈਟ, ਮਾਰਬਲ, ਪੋਰਸਲਿਨ, ਸਿਰੈਮਿਕ ਟਾਈਲਸ, ਕਿਚਨ, ਬਾਥ, ਸਲੂਟਰ ਦੇ ਕਸਟਮ ਸ਼ਾਵਰ ਬੇਸ, ਫਾਇਰ ਪਲੇਸਿਸ, ਡੈਕਸ ਤੇ ਦੀਵਾਰਾਂ ਦੇ ਟਾਈਲਸ ਲਾਉਣ ਦੀ ਇਹ ਮਹਾਰਤ ਰੱਖਦੇ ਹਨ। ਕਾਲ ਕਰੋ ਮਿਸਟਰ ਅਮਨ ਨੂੰ 778 316 3510 778 316 3510। ਹਰ ਬਜਟ ਦਾ ਕੰਮ ਇਹ ਕਰਦੇ ਨੇ। ਸਰੀ ਕਲੋਵਰਡੇਲ ਤੇ ਫਰੇਜ਼ਰ ਵੈਲੀ ਦੇ ਟਾਪ ਰਿਐਲਟਰ ਹਨ ਜੈ ਸੁਬਰਾਏ, ਜੋ ਰੀਮੈਕਸ ਬਲੂਪ੍ਰਿੰਟ ਰਿਐਲਿਟੀ ਨਾਲ ਕੰਮ ਕਰਦੇ ਹਨ। ਇਹ ਕਮਿਊਨਿਟੀ ਵਿੱਚ ਜਾਣੇ ਜਾਂਦੇ ਹਨ ਆਪਣੀ ਇੰਟੈਗ੍ਰਿਟੀ, ਕਮਿਟਮੈਂਟ ਤੇ ਰਿਜ਼ਲਟਸ ਕਾਰਨ। ਇਹਨਾਂ ਨਾਲ ਘਰ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਬਹੁਤ ਸੌਖਾ ਪ੍ਰੋਸੈਸ ਹੈ।
अपनी प्रॉपर्टी की मुफ्त मार्केट वैल्यूएशन ते सलाह लई कॉल करो 778 994 7450 778 994 7450 या फिर ईमेल करो joe@jaisobrai.ca ਤੇ ਇਹਨਾਂ ਦੀ ਵੈਬਸਾਈਟ ਹੈ jaisobrai.ca। ਤੁਸੀਂ ਜੇਕਰ ਆਪਣੇ ਘਰ ਨੂੰ ਇੱਕ ਨਵੀਂ ਤੇ ਵੱਖਰੀ ਦਿੱਖ ਦੇਣਾ ਚਾਹੁੰਦੇ ਹੋ ਤਾਂ ਫਿਰ ਐਕਮੀ ਗਲਾਸ ਲਿਮਟਿਡ ਤੁਹਾਡੀ ਮਦਦ ਕਰ ਸਕਦੇ ਹਨ। ਇਹ ਫਰੇਮਲੈਸ ਗਲਾਸ ਰੇਲਿੰਗਸ, ਕਸਟਮ ਵੁੱਡ ਕਲੋਜ਼ਟਸ, ਸ਼ਾਵਰ ਤੇ ਟਬ ਡੋਰ, ਸ਼ਾਵਰ ਸਲਾਈਡਰਸ, ਬੇਵਲਡ ਵੁੱਡ ਜਾਂ ਮੈਟਲ ਟ੍ਰਿਮ ਮਿਰਰਸ ਤੇ ਕਸਟਮ ਗਲਾਸ ਵਰਕ ਦੀ ਮਹਾਰਤ ਰੱਖਦੇ ਹਨ। ਵਾਜਬ ਕੀਮਤਾਂ, ਕੁਆਲਿਟੀ, ਕਰਾਫਟਸਮੈਨਸ਼ਿਪ ਤੇ ਹਾਈ ਕੁਆਲਿਟੀ ਲਈ ਜਾਣੇ ਜਾਂਦੇ ਹਨ। ਆਪਣੇ ਨਵੇਂ ਪ੍ਰੋਜੈਕਟ ਜਾਂ ਰੈਨੋਵੇਟ ਕਰਨ ਜਾ ਰਹੇ ਘਰ ਲਈ ਕਾਲ ਕਰੋ 604 543 8777 604 543 8777। एड्रेस है 8335 129 स्ट्रीट सरी। भाई साहब मुड़ तो स्वागत करते हैं जी ਤੁਹਾਡਾ ਤੇ ਅੱਗੇ ਜੋ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਨੇ ਜੀ ਉਸ ਨਾਲ ਸਾਨੂੰ ਜੋੜੋ ਜੀ। ਹਾਂਜੀ ਵੀਰ ਜੀ, ਸ਼ੁਕਰ ਵਾਹਿਗੁਰੂ ਜੀ ਦਾ। ਆਪਾਂ ਪੰਕਤੀ ਵਿਚਾਰ ਰਹੇ ਸੀ, ਤਿਨਕਾ ਕਿਆ ਸਲਾਹਣਾ। ਜਿਉਂ-ਜਿਉਂ ਅਸੀਂ ਗੁਰਬਾਣੀ ਨੂੰ ਸਮਝਾਂਗੇ ਤੇ ਸਾਨੂੰ ਗੁਰੂ ਸਾਹਿਬ ਦਾ ਮਿਸ਼ਨ ਪਤਾ ਲੱਗੇਗਾ, ਸਾਨੂੰ ਕਿਸ ਤਰ੍ਹਾਂ ਦੇ ਗੁਰਸਿੱਖ ਸਤਿਗੁਰੂ ਜੀ ਬਣਾਉਣਾ ਚਾਹੁੰਦੇ ਸਨ। ਸਤਿਗੁਰੂ ਜੀ ਨੇ ਆਪਣਾ ਪਰਿਵਾਰ ਵਾਰ ਕੇ, ਗੁਰੂ ਸਾਹਿਬ ਦੀ ਇੱਕ ਭਾਵਨਾ ਸੀ ਇਹਨਾਂ ਦੇ ਘਰਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਵੇ। ਆਪਣੇ ਬੱਚਿਆਂ ਦੀ ਕੁਰਬਾਨੀ ਦੇ ਕੇ ਗੁਰੂ ਸਾਹਿਬ ਦਾ ਇੱਕ ਫੋਕਸ ਸੀ ਕਿ ਮੇਰੇ ਗੁਰਸਿੱਖਾਂ ਦੇ ਬੱਚੇ ਕਿਸ ਤਰ੍ਹਾਂ ਦੇ ਹੋਣ। ਉਹ ਜਦੋਂ ਜਿਉਂ-ਜਿਉਂ ਅਸੀਂ ਗੁਰੂ ਵਿਰਸਾ ਪੜਾਂਗੇ, ਗੁਰਬਾਣੀ ਨੂੰ ਸਮਝਾਂਗੇ, ਸਾਨੂੰ ਸਮਝ ਪਵੇਗੀ ਤੇ ਅਸੀਂ ਗੁਰੂ ਸਾਹਿਬ ਜੀ ਦੀਆਂ ਭਾਵਨਾਵਾਂ ਅਨੁਸਾਰ, ਗੁਰੂ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਜੀਵਨ ਜਿਉਣ ਦੇ ਸਾਡੇ ਅੰਦਰ ਪਹਿਲਾਂ ਵਿਚਾਰਧਾਰਾ ਚੱਲੇਗੀ, ਫਿਰ ਸਾਡੇ ਫੋਕਸ ਬਣਨਗੇ ਤੇ ਸਾਨੂੰ ਇਹਦਾ ਇੱਕ ਰਸ ਆਉਣਾ ਸ਼ੁਰੂ ਹੋ ਜਾਏਗਾ। ਜਿਸ ਚੀਜ਼ ਦਾ ਰਸ ਆ ਜਾਏਗਾ ਨਾ, ਉਹ ਚੀਜ਼ ਅੰਦਰ ਵਸ ਜਾਏਗੀ। ਤੇ ਇੱਕ ਦੁਨੀਆ ਤੇ ਸਿਧਾਂਤ ਹੈ, ਕੁਦਰਤ ਦਾ ਨਿਯਮ ਹੈ ਕਿ ਰਸ ਜਗਾਉਣ ਵਾਸਤੇ ਪਹਿਲਾਂ ਬਾਹਰੋਂ ਯਤਨ ਹੁੰਦੇ ਨੇ। ਜਿਵੇਂ ਗੁਰਬਾਣੀ ਦੀ ਇੱਕ ਪੰਕਤੀ ਹੈ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ। ਜਦੋਂ ਬਨਸਪਤੀ ਉਗਦੀ ਹੈ ਨਾ, ਫਸਲਾਂ, ਬੂਟੇ, ਗ੍ਰੀਨਰੀ, ਤਾਂ ਪਹਿਲਾਂ ਉੱਪਰੋਂ ਬਾਰਿਸ਼ ਪੈਂਦੀ ਹੈ। ਤੇ ਉੱਥੇ ਬੜੀ ਕਮਾਲ ਦਾ ਸਵਾਲ ਹੈ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਹੀਂ? ਕੀ ਧਰਤੀ 'ਚ ਪਾਣੀ ਨਹੀਂ ਹੈ? ਪਾਣੀ ਤਾਂ ਧਰਤੀ 'ਚ ਹੈ, ਪਰ ਇੱਕ ਵਾਰੀ ਉੱਪਰੋਂ ਬਾਰਿਸ਼ ਪਵੇਗੀ, ਫਿਰ ਉਹ ਬੂਟਾ ਵੱਡਾ ਹੋਏਗਾ। ਜਦੋਂ ਬ੍ਰਿਕਸ਼ ਵੱਡਾ ਹੋ ਗਿਆ, ਆ ਤੁਸੀਂ ਦੇਖੋਗੇ ਆਪਣੇ ਚਾਰ ਸਪੇਰੇ ਸੜਕਾਂ ਤੇ ਕਿੰਨੇ ਵੱਡੇ ਵੱਡੇ ਬ੍ਰਿਕਸ਼ ਲੱਗੇ ਨੇ, ਉਹਨਾਂ ਨੂੰ ਕਦੀ ਪਾਣੀ ਪਾਉਣ ਦੀ ਲੋੜ ਪਈ ਨਹੀਂ, ਉਹ ਹੁਣ ਧਰਤੀ 'ਚੋਂ ਖਿੱਚਦੇ ਨੇ, ਪਰ ਸਟਾਰਟਿੰਗ ਤੇ ਬਾਹਰੋਂ ਪਾਇਆ ਸੀ। ਇਸੇ ਤਰ੍ਹਾਂ ਜਦੋਂ ਪਾਣੀ ਧਰਤੀ 'ਚੋਂ ਕੱਢਿਆ ਜਾਂਦਾ ਹੈ, ਬੋਰ ਕੀਤਾ ਜਾਂਦਾ ਹੈ ਜਾਂ ਨਲਕਾ ਲਾਇਆ ਜਾਂਦਾ ਹੈ, ਪਹਿਲਾਂ ਪਾਣੀ ਉੱਪਰੋਂ ਪਾਇਆ ਜਾਂਦਾ ਹੈ, ਫਿਰ ਆਪਣੇ ਆਪ ਨਿਕਲਦਾ ਹੈ। ਜਿਹੜੇ ਸਾਡੇ ਸਬਜੈਕਟ ਨੇ, ਸਾਡੀ ਸ਼ਬਦਾਵਲੀ ਹੈ, ਉਹ ਪਹਿਲਾਂ ਕੰਨਾਂ ਵਿੱਚ ਪਵੇਗੀ, ਮਨ ਨੂੰ ਚੰਗੀ ਲੱਗੇਗੀ, ਉਹ ਮੋਟੀਵੇਟ ਹੋਏਗਾ, ਮਨ ਨੂੰ ਚੰਗੀ ਲੱਗੇਗੀ ਤਾਂ ਰਸ ਬਣੇਗਾ। ਜਦੋਂ ਰਸ ਬਣ ਗਿਆ ਤੇ ਅੰਦਰ ਉਹਦੇ ਬਸ ਗਿਆ ਤੇ ਉਹਦੇ ਵਰਗਾ ਸਤਿਗੁਰੂ ਜੀ ਕਹਿੰਦੇ ਸੋਹਣਾ ਕੋਈ ਨਹੀਂ। ਆਹਾ, ਹੁਣ ਦੇਖੋ ਇੱਥੇ ਅਵਰ ਸਵਾਲਿਓ ਸੋਹਣਾ। ਆਪਾਂ ਘਰ ਬਣਾਉਣੇ ਆ ਨਾ ਜੀ, ਵਿਧੀ ਘਰ ਦੁਨੀਆ ਨੂੰ ਕਿਉਂ ਜਿਹਾ ਚੰਗਾ ਲੱਗਦਾ ਹੈ? ਕਦੀ ਥੋੜਾ ਜਿਹਾ ਸੋਚ ਕੇ ਦੇਖੋ। ਦੁਨੀਆ ਨੇ ਬਾਹਰੋਂ ਦੇਖਣਾ, ਅੰਦਰੋਂ ਉਹਦੀ ਆਊਟਲੁੱਕ ਦੇਖਣੀ ਹੈ, ਤੇ ਉਹਦੀ ਆਊਟਲੁੱਕ ਤੇ ਉਹ ਜਿਹੜਾ ਬਾਹਰੋਂ ਸ਼ੇਪ ਹੈ ਉਹ ਦੁਨੀਆ ਨੂੰ ਚੰਗੀ ਲੱਗਣੀ ਹੈ। ਉਹਦੇ ਅੰਦਰ ਮਾਹੌਲ ਕਿਸ ਤਰ੍ਹਾਂ ਦਾ ਹੈ, ਆਪਸ ਵਿੱਚ ਵਰਤੋਂ ਵਿਵਹਾਰ ਕਿਸ ਤਰ੍ਹਾਂ ਦਾ ਹੈ, ਉਹ ਤੇ ਅਸੀਂ ਜਿਹੜਾ ਬਾਹਰੋਂ ਆਏਗਾ ਉਹਦੇ ਤੇ ਅਸੀਂ ਪਰਦਾ ਪਾ ਦਿੰਦੇ ਹਾਂ, ਤੁਹਾਨੂੰ ਪਤਾ ਨਹੀਂ ਲੱਗਣ ਦਿੰਦੇ। ਘਰ ਵਿੱਚ ਲੱਖ ਕਲੇਸ਼ ਹੋਵੇ, ਉਹਦੇ ਕੋਲੇ ਅਸੀਂ ਵਧੀਆ ਬਣ ਕੇ ਦਿਖਾ ਦਿਆਂਗੇ। ਪਰ ਰੱਬ ਨੂੰ, ਗੁਰੂ ਸਾਹਿਬ ਜੀ ਨੂੰ ਕਿਹੜਾ ਘਰ ਸੋਹਣਾ ਲੱਗਦਾ ਹੈ? ਜਿਸ ਘਰ ਵਿੱਚ ਰਹਿਣ ਵਾਲੇ ਰੱਬ ਦੇ ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਜਿਸ ਘਰ ਵਿੱਚ ਰਹਿਣ ਵਾਲੇ ਰੱਬ ਦੇ ਭੈ ਵਿੱਚ ਫੈਸਲੇ ਲੈਂਦੇ ਨੇ, ਜਿਸ ਘਰ ਵਿੱਚ ਰਹਿਣ ਵਾਲੇ ਰੱਬ ਦੇ ਸ਼ੁਕਰਾਨੇ ਵਿੱਚ ਜਿਉਂਦੇ ਨੇ, ਜਿਸ ਘਰ ਵਿੱਚ ਰਹਿਣ ਵਾਲੇ ਗੁਰਬਾਣੀ ਦਾ ਸਹਿਜ ਪਾਠ ਕਰਦੇ ਨੇ, ਗੁਰੂ ਸਾਹਿਬ ਜੀ ਦੀ ਗੁਰਮਤਿ ਦੀ ਸਿੱਖਿਆ ਅਨੁਸਾਰ ਜੀਵਨ ਜਿਉਂਦੇ ਨੇ, ਉਹ ਘਰ ਗੁਰੂ ਸਾਹਿਬ ਨੂੰ, ਵਾਹਿਗੁਰੂ ਜੀ ਨੂੰ ਬਹੁਤ ਚੰਗੇ ਲੱਗਦੇ ਨੇ। ਗੁਰਬਾਣੀ ਦੀ ਇੱਕ ਪੰਕਤੀ ਹੈ, ਜਹਾਂ ਘਰ ਸਾਧ ਨਾ ਸੇਵੀ ਹੈ। ਜਿੱਥੇ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਮੰਨਣ ਦੀ ਸੇਵਾ ਨਹੀਂ, ਯਾਨੀ ਪੂਜਾ ਨਹੀਂ, ਆਪਣੇ ਇਸ਼ਟ ਗੁਰੂ ਦੇ ਉਪਦੇਸ਼ਾਂ ਨੂੰ ਮੰਨਣ ਦੀ ਜਿੱਥੇ ਪੂਜਾ ਨਹੀਂ, ਜਹ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ। ਉੱਥੇ ਯਾਨੀ ਰੱਬੀ ਗੁਣਾਂ ਵਾਲਾ ਪਰਉਪਕਾਰ ਕੋਈ ਨਹੀਂ ਜਿਸ ਘਰ ਵਿੱਚ। ਤੇ ਘਰ ਮਰਹਠ ਸਾਰ ਰਖੇ, ਉਹ ਸ਼ਮਸ਼ਾਨ ਘਾਟ ਹੈ। ਭੂਤ ਵਸੈ ਤਿਸ ਮਾਹੇ, ਤੇ ਉਹਦੇ ਵਿੱਚ ਰਹਿਣ ਵਾਲੇ ਭੂਤ ਨੇ। ਅੱਜ ਜੇ
ਥੋੜਾ ਜਿਹਾ ਇੱਕ ਇਤਨਾ ਕੁ ਸੁਚੇਤ ਹੋ ਕੇ ਪਹਿਰਾ ਦਿੱਤਾ ਜਾਵੇ ਨਾ, ਕਿ ਜਿਹੜੇ ਅਸੀਂ ਸਮਾਗਮ ਗੁਰੂ ਦੇ ਘਰ ਵਿੱਚ ਕਰਦੇ ਹਾਂ, ਉੱਥੇ ਘੱਟੋ ਘੱਟ ਅਸੀਂ ਆਪਣੀ ਮਰਜ਼ੀ ਨੂੰ ਛੱਡ ਕੇ ਗੁਰੂ ਦੀ ਮਰਜ਼ੀ ਅਨੁਸਾਰ ਕਰਨੇ ਸ਼ੁਰੂ ਕਰ ਦਈਏ ਨਾ, ਬਹੁਤ ਕੁਝ ਬਦਲਾਵ ਕਰਨ ਦੇ ਬੀਜ ਸ਼ੁਰੂ ਹੋ ਜਾਣਗੇ ਔਰ ਸ਼ੁਰੂਆਤ ਹੋ ਜਾਏ। ਬਿਲਕੁਲ ਮੇਰੇ ਗੱਲ ਯਾਦ ਆਈ, ਇੱਕ ਹੁੰਦਾ ਮਕਾਨ, ਇੱਕ ਹੁੰਦੀ ਹੈ ਦੁਕਾਨ। ਦੋਨਾਂ ਦਾ ਫਰਕ ਦੇਖਿਓ ਕੀ ਹੈ। ਦੁਕਾਨ ਦੇ ਵਿੱਚ ਮਾਲਕ ਕੋਈ ਹੋਰ ਹੈ, ਚਲਦੀ ਕਿਸੇ ਦੀ ਹੋਰ ਹੈ, ਚੱਲੂਗੀ ਗਾਹਕ ਦੀ। ਜੀ। ਘਰ ਦੇ ਵਿੱਚ ਮਾਲਕ ਦੀ ਚੱਲੇਗੀ। ਉਹ ਗੁਰੂ ਘਰ ਹੈ, ਪਰ ਉੱਥੇ ਗੁਰੂ ਘਰ ਵਿੱਚ ਗੁਰੂ ਦੀ ਨਹੀਂ, ਕਈ ਵਾਰੀ ਹੋਰਾਂ ਦੀ ਚੱਲਦੀ ਹੈ। ਬਸ ਜਦੋਂ ਹੋਰਾਂ ਦੀ ਚੱਲਦੀ ਹੈ, ਉਹ ਮਕਾਨ ਨਹੀਂ, ਦੁਕਾਨ ਬਣ ਗਈ, ਧੰਦਾ ਬਣ ਗਿਆ। ਬਸ ਜਦੋਂ ਗੁਰੂ ਦੀ ਮਰਜ਼ੀ, ਸਾਡੇ ਵਿਆਹ ਸ਼ਾਦੀਆਂ ਦੇ ਸਮਿਆਂ ਤੇ ਕਿਹੜੇ ਕਰਮ ਨੇ ਜਿਹੜੇ ਗੁਰੂ ਨੂੰ ਚੰਗੇ ਲੱਗਦੇ ਨੇ, ਦੁਨੀਆ ਨੂੰ ਭਾਵੇਂ ਨਾ ਚੰਗੇ ਲੱਗਣ, ਉਹ ਹੋਣੇ ਚਾਹੀਦੇ ਨੇ। ਬਹੁਤ ਐਸੇ ਨੇ ਵੀਰ ਜੀ, ਜਿਹੜੇ ਵਿਆਹ ਸ਼ਾਦੀਆਂ ਪਾਰਟੀਆਂ ਵਿੱਚ ਜਿਹੜੇ ਕੰਮ ਨੇ, ਉਹ ਦੁਨੀਆ ਨੂੰ ਭਾਵੇਂ ਚੰਗੇ ਲੱਗਦੇ ਨੇ, ਪਰ ਗੁਰੂ ਨੂੰ ਚੰਗੇ ਨਹੀਂ ਲੱਗਦੇ ਹੋਣੇ। ਜੀ। ਲੱਚਰ ਗੀਤ ਗਾਏ ਜਾਂਦੇ ਨੇ, ਗੁਰੂ ਨੂੰ ਬਿਲਕੁਲ ਨਹੀਂ ਚੰਗੇ ਲੱਗਦੇ। ਉਹਨਾਂ ਤਾਂ ਸਾਨੂੰ ਰੋਕਿਆ ਸੀ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ। ਉਹ ਜਿਹੜੇ ਸਤਿਗੁਰੂ ਜੀ ਇੱਥੇ ਕਹਿੰਦੇ ਅਵਰ ਸਵਾਲਿਓ ਕਾਏ, ਉਹਦੇ ਵਰਗਾ ਸੋਹਣਾ ਕੋਈ ਨਹੀਂ। ਹੁਣ ਅੱਗੇ ਸਤਿਗੁਰੂ ਜੀ ਫਿਰ ਇੱਥੇ ਬਖਸ਼ਿਸ਼ ਵਾਲਾ ਪੱਖ ਦੇ ਰਹੇ ਸੀ। ਆਖਰੀ ਪੰਕਤੀ ਵਿੱਚ ਇੱਕ ਗੱਲ ਕਹਿ ਰਹੇ ਨੇ, ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਜਿਹੜੇ ਬਖਸ਼ਿਸ਼ ਤੋਂ ਸਖਣੇ ਹੁੰਦੇ ਨੇ, ਇਹ ਨਾਨਕ ਜੀ, ਨਦਰੀ ਬਾਹਰੇ ਦੇ ਅਰਥ ਹੈ ਬਖਸ਼ਿਸ਼ ਤੋਂ ਸਖਣੇ। ਜਿਨ੍ਹਾਂ ਦੇ ਕੋਲ ਬਖਸ਼ਿਸ਼ ਨਹੀਂ ਹੈ, ਘਰ ਭਾਵੇਂ ਵੱਡਾ ਹੈ, ਘਰ ਦੇ ਅੰਦਰ ਬਖਸ਼ਿਸ਼ ਨਹੀਂ ਹੈ, ਭਾਵੇਂ ਅਮੀਰੀ ਹੈ, ਪਰ ਜ਼ਿੰਦਗੀ ਵਿੱਚ ਬਖਸ਼ਿਸ਼ ਨਹੀਂ ਹੈ। ਰਾਚੈ ਦਾਨ, ਦਾਨ ਦੇ ਅਰਥ ਹੈ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਤਾਂ ਰਚੇ ਹੋਏ ਨੇ ਉਹ, ਨਾ ਨਾਏ ਰੱਬ ਦੇ ਉਪਦੇਸ਼ ਵਿੱਚ ਨਹੀਂ ਰਚੇ ਹੋਏ। ਉਹਨਾਂ ਨੇ ਸ਼ਾਇਦ ਇਸੇ ਕਰਕੇ ਧਰਮ ਦੇ ਬਹੁਤੇ ਕਰਮ ਜਿਹੜੇ ਨੇ, ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜ਼ਿਆਦਾ ਕੀਤੇ ਜਾਂਦੇ ਨੇ। ਲੋਕ ਆਉਣਗੇ, ਉਹਨਾਂ ਨੂੰ ਚੰਗਾ ਖਾਣਾ ਖਵਾਉਣਾ ਹੈ, ਉਹਨਾਂ ਨੂੰ ਚੰਗਾ ਮਿਲਣਾ ਹੈਗਾ, ਉਹਦੇ ਤੇ ਜ਼ਿਆਦਾ ਫੋਕਸ ਹੈ। ਅੱਜ ਕਈ ਵਾਰੀ ਦੁੱਖ ਹੁੰਦਾ ਹੈ ਕਿ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਹੁੰਦਾ ਹੈ ਨਾ, ਗੁਰੂ ਸਾਹਿਬ ਦੇ ਕੋਲ ਤੇ ਕਦੀ ਅੱਧਾ ਘੰਟਾ ਬੈਠਣ ਨੂੰ ਸਾਡੇ ਕੋਲ ਸਮਾਂ ਨਹੀਂ। ਇਸ ਲਈ ਆਪ ਸਹਿਜ ਪਾਠ ਕਰਨ ਦਾ ਆਨੰਦ ਵੱਖਰਾ ਹੈ। ਹੁਣ ਆਹ ਗੱਲ ਜਿਹੜੀ ਇੱਥੇ ਕਹੀ ਨਾ, ਰਾਚੈ ਦਾਨ ਨਾ ਨਾਏ, ਉਹ ਅੰਦਰੋਂ ਮਨ ਇੱਧਰ ਕਿਉਂ ਮਸਤ ਹੋ ਗਿਆ, ਉਹ ਕਾਰਨ ਕੀ ਹੈ, ਉਹਦੇ ਚੋਂ ਨਿਕਲੇ ਕਿਵੇਂ, ਇਹ ਅਗਲੇ ਸ਼ਬਦ ਅੰਦਰ ਸਤਿਗੁਰੂ ਜੀ ਕਮਾਲ ਹੀ ਕਰਦੇ ਨੇ। ਬਿਲਕੁਲ ਜੀ, ਇਸੇ ਸ਼ਬਦ ਨੂੰ ਅਸੀਂ ਅਗਲੇ ਹਫਤੇ ਕੰਟੀਨਿਊ ਰੱਖਾਂਗੇ ਤੇ ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਰਾਮ ਸਿੰਘ ਜੀ। ਬਹੁਤ ਸਰਲ ਤਰੀਕੇ ਨਾਲ ਤੁਸੀਂ ਸਾਨੂੰ ਸਮਝਾਉਂਦੇ ਹੋ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਆਨੰਦ ਆਉਂਦਾ ਹੈ ਸਾਡੇ ਦਰਸ਼ਕਾਂ ਨੂੰ, ਤੇ ਸਾਨੂੰ ਜਿਹੜੀ ਫੀਡਬੈਕ ਵੀ ਆ ਰਹੀ ਹੈ ਉਸ ਤੋਂ ਇਹੀ ਜ਼ਾਹਰ ਹੋ ਰਿਹਾ ਕਿ ਇਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਹਰ ਫਰਾਈਡੇ ਨੂੰ ਸ਼ਾਮਲ ਹੁੰਦੇ ਹੋ, ਇਹ ਬਹੁਤ ਕਾਮਯਾਬ ਜਾ ਰਿਹਾ ਹੈ ਤੇ ਲੋਕ ਪਸੰਦ ਕਰ ਰਹੇ ਨੇ। ਤੇ ਇਸ ਨੂੰ ਹੁਣ ਫਰਦਰ ਸਾਨੂੰ ਇਹ ਵੀ ਮੈਸੇजेस ਮਿਲਦੇ ਨੇ ਕਿ ਜੀ ਅਸੀਂ ਹੁਣ ਅੱਗੇ ਫਰਦਰ ਇਸ ਨੂੰ WhatsApp ਦੇ ਉੱਤੇ ਵੀ ਲੋਕਾਂ ਨੂੰ ਭੇਜ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਰਾਮ ਸਿੰਘ ਜੀ ਚਹਿਲਾਂ, ਜਿਹੜੇ ਸਾਡੇ ਮਹਿਮਾਨ ਹੁੰਦੇ ਨੇ ਗੁਰਗਿਆਨ TV ਤੋਂ, ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਮਾਂ ਕੱਢ ਕੇ ਸ਼ਾਮਲ ਹੋਣ ਲਈ ਧੰਨਵਾਦ। ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਏ ਤਾਂ ਜ਼ਰੂਰ ਸੰਪਰਕ ਕਰਨਾ 604 603 7555 ਜਾਂ ਫਿਰ ਈਮੇਲ ਜ਼ਰੀਏ harpreetsing@gmail.com। ਉਸ ਦੇ ਨਾਲ ਹੀ ਤੁਹਾਡੇ ਸਹਿਯੋਗ ਦੀ ਅਸੀਂ ਆਸ ਰੱਖਦੇ ਇਸ ਪ੍ਰੋਗਰਾਮ ਨੂੰ ਹੋਰ ਕਾਮਯਾਬ ਬਣਾਉਣ ਲਈ। WhatsApp ਦੇ ਉੱਤੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੁਸੀਂ youtube.com/harpreetsing show ਤੇ ਜਾ ਕੇ, ਅਤੇ ਇਸ ਨੂੰ ਆਓ ਹਰ ਘਰ ਵਿੱਚ ਫੈਲਾਈਏ ਤੇ ਸਿੱਖੀ ਦਾ ਸਹੀ ਮੈਸੇਜ ਜੋ ਹੈ ਪਹੁੰਚੇ, ਤੇ ਅਸੀਂ ਗੁਰਮੁਖ ਬਣ ਕੇ ਗੁਰੂ ਦੀ ਸੋਚ ਨਾਲ ਜੁੜ ਕੇ ਨਾ ਸਿਰਫ ਆਪਣੇ ਜੀਵਨ ਵਿੱਚ ਸੁਧਾਰ ਲਿਆ ਸਕੀਏ, ਪਰ ਸਮਾਜ ਵੀ ਕੁਝ ਬਦਲਾ ਲਿਆ ਸਕੀਏ। ਇੱਥੇ ਕਰਨਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਹੈਵ ਅ ਸੇਫ ਈਵਨਿੰਗ, ਸਟੇ ਹੈਲਦੀ ਐਂਡ ਸਟੇ ਸੇਫ। ਦਰਦ ਤੋਂ ਆਰਾਮ ਐਲੋਪੈਥਿਕ ਦਵਾਈਆਂ ਖਾਣ ਨਾਲ ਆ ਤਾਂ ਜਾਂਦਾ ਹੈ, ਪਰ ਇਸ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਨੈਚੁਰਲ ਤਰੀਕੇ ਦੇ ਸਪਲੀਮੈਂਟਸ ਨਾਲ ਤੁਹਾਡੀ ਦਰਦ ਨੂੰ ਜੜੋਂ ਖਤਮ ਕਰਨ ਵਿੱਚ ਮਾਰਕਸ ਫਾਰਮੇਸੀ ਦੇ ਹਿੰਦੀ ਪੰਜਾਬੀ ਬੋਲਣ ਵਾਲੇ ਸਟਾਫ ਤੁਹਾਡੀ ਮਦਦ ਕਰ ਸਕਦੇ ਹਨ। ਇਹ ਆਪਣੇ ਪ੍ਰੋਡਕਟਸ ਕੈਨੇਡਾ ਦੇ ਹਰ ਹਿੱਸੇ ਵਿੱਚ ਵੀ ਭੇਜਦੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 604 596 1774 ਜਾਂ ਫਿਰ ਵਿਜ਼ਿਟ ਕਰੋ 8035 120 ਸਟਰੀਟ ਡੈਲਟਾ। ਦਰਦ ਨੂੰ ਜੜੋਂ ਖਤਮ ਕਰੋ।
ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਕਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295।